ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਪਹੁੰਚੇ ਹਨ ਅਤੇ ਰਾਏ ਬੁਲਾਰ ਜੀ ਦੇ ਪਾਸ ਬੈਠੇ ਹੋਏ ਇਸ ਤਰ੍ਹਾਂ ਦੇ ਬਚਨ ਪਰਿਵਾਰ ਵੱਲੋਂ ਵੀ ਹੋਏ ਨੇ ਔਰ ਰਾਏ ਜੀ ਨੇ ਆਗਿਆ ਲਈ ਕਿ ਜੇ ਬੇਨਤੀ ਕਰਨ ਦੀ ਆਗਿਆ ਦਿਓ ਤਾਂ ਕਰਾਂ। ਮਹਾਰਾਜ ਕਹਿਣ ਲੱਗੇ, ਆਪ ਜੀ ਨੂੰ ਆਗਿਆ ਹੈ, ਕਹੋ ਰਾਏ ਜੀ ਹੋਏ ਨਿਸ਼ੰਕਾ। ਤੁਸੀਂ ਤਾਂ ਬੇਸ਼ੱਕ ਜਦੋਂ ਮਰਜ਼ੀ ਨਿਸ਼ੰਕ ਹੋ ਕੇ ਬਚਨ ਕਰਿਆ ਕਰੋ। ਕਹਿਣ ਲੱਗੇ, ਜੀ ਇਹ ਮਾਤਾ ਜੀ ਦੇਖੋ ਕਿੰਨੇ ਵਿਚਾਰੇ ਪਿਆਰ ਕਰਦੇ ਤੁਹਾਡੇ ਨਾਲ, ਤੁਸੀਂ ਕਿਰਪਾ ਕਰਕੇ ਘਰ ਹੀ ਰਹੋ, ਬਾਹਰ ਨਾ ਜਾਓ। ਜੇ ਤੁਸੀਂ ਇਸ ਤਰ੍ਹਾਂ ਕਹੋ ਬਈ ਖੇਤੀ ਦਾ ਕੰਮਕਾਰ ਤੁਸੀਂ ਕਰੋ, ਤੁਸੀਂ ਕੁਛ ਨਹੀਂ ਕਰਨਾ, ਬਸ ਤੁਸੀਂ ਬੈਠ ਕੇ ਆਪਣੀ ਮਾਲਾ ਫੇਰੀ ਜਾਓ। ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮੈਂ ਉਹ ਰੱਖ ਦਿਆਂਗਾ ਆਪੇ ਹੀ, ਕੋਈ ਮਾਮਲਾ ਨਹੀਂ ਹੋਵੇਗਾ, ਤੁਹਾਡੀ ਖੇਤੀ ਤੇ ਸਭ ਕੁਝ ਮਾਫ ਹੋਵੇਗਾ। ਪਰ ਤੁਸੀਂ ਇਹ ਜਿਹੜਾ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ ਹੋ, ਜਾ ਆਏ ਹੋ, ਬਸ ਬਹੁਤ ਘੁੰਮ ਲਿਆ, ਹੁਣ ਖੇਤੀਬਾੜੀ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਖੇਤੀ ਤਾਂ ਅਸੀਂ ਕਰ ਹੀ ਰਹੇ ਹਾਂ। ਸਾਰੇ ਜਾਣੇ ਇੱਕ ਦੂਜੇ ਵੱਲ ਦੇਖਣ ਲੱਗ ਪਏ, ਖੇਤੀ ਕਰ ਰਹੇ ਹਾਂ। ਖੇਤੀ ਅਸੀਂ ਤਾਂ ਤੁਹਾਡੀ ਕਿਤੇ ਦੇਖੀ ਨਹੀਂ ਕਰਦਿਆਂ ਹੋਇਆਂ, ਕਿੱਥੇ ਖੇਤੀ ਕਰ ਰਹੇ ਹੋ ਮਹਾਰਾਜ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੋਰਠ ਰਾਗਨੀ 'ਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਜੋ ਹੁਕਮ ਕਰਦੇ ਹਨ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਮਹਾਰਾਜ ਨੇ ਭਜਨ ਪਹਿਲਾ ਜਿਹੜਾ ਕੀਤਾ ਰਹਾਉ ਦੀ ਪੰਕਤੀ ਦਾ, ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਰਾਏ ਬੁਲਾਰ ਜੀ ਪ੍ਰਤੀ ਵੀ ਹੈ, ਕਲਿਆਣ ਚੰਦ ਜੀ ਵੀ ਪ੍ਰਤੀ ਹੈ। ਬਾਬਾ ਆਪਣੇ ਚਾਚਾ ਲਾਲ ਚੰਦ ਜੀ ਨੂੰ ਵੀ ਕਹਿ ਰਹੇ ਨੇ, ਬਾਬਾ ਇਹ ਮਾਇਆ ਨਾਲ ਨਹੀਂ ਜਾਂਦੀ। ਤੁਸੀਂ ਮੈਨੂੰ ਜ਼ੋਰ ਪਾਉਂਦੇ ਰਹਿੰਦੇ ਹੋ ਹਰ ਵਕਤ, ਮਾਇਆ ਕਮਾਓ, ਮਾਇਆ ਕਮਾਓ, ਇਹਨ ਮਾਇਆ ਜਗ ਮੋਹਿਆ। ਇਹ ਠੱਗਣੀ ਨੇ ਸਾਰੀ ਦੁਨੀਆ ਆਪਣੇ ਵੱਲ ਖਿੱਚੀ ਹੋਈ ਹੈ, ਮੋਹੀ ਹੋਈ ਹੈ। ਪਰਮਾਤਮਾ ਦਾ ਨਾਮ ਤਾਂ ਜਪਣੀ ਨਹੀਂ ਦਿੰਦੀ ਹੈ। ਪਰ ਇਹ ਗੱਲ ਨੂੰ ਸਾਰੇ ਲੋਕ ਨਹੀਂ ਸਮਝ ਸਕਦੇ। ਇਹਨੂੰ ਕੌਣ ਸਮਝਦਾ? ਵਿਰਲਾ ਬੂਝੈ ਕੋਇ ਰਹਾਉ। ਇਹ ਤਾਂ ਕੋਈ ਵਿਰਲਾ ਟਾਵਾਂ ਟਾਵਾਂ ਬੰਦਾ ਲੱਖਾਂ ਕਰੋੜਾਂ ਚੋਂ, ਕਿਤੇ ਕਰੋੜਾਂ ਚੋਂ ਜਾ ਕੇ ਇੱਕ ਬੰਦਾ ਲੱਭਦਾ ਜਿਹੜਾ ਇਸ ਮਾਇਆ ਦੀ ਚਲਾਕੀ ਨੂੰ, ਠੱਗੀ ਨੂੰ ਜਾਣਦਾ। ਮਹਾਰਾਜ ਕਹਿੰਦੇ, ਅਸੀਂ ਜਿਹੜਾ ਖੇਤ ਬਣਾਇਆ ਸਰੀਰ ਨੂੰ, ਤਨ ਖੇਤ, ਖੇਤ ਦੇ ਵਿੱਚ ਕਿਰਸਾਨ ਕਰਦਾ, ਪਹਿਲਾਂ ਹਲ ਵਾਹੁੰਦਾ। ਪੁਰਾਣੇ ਸਮੇਂ ਵਿੱਚ ਹਾਲੀ ਹੁੰਦੇ ਸੀ, ਤੜਕੇ 3 ਵਜੇ ਉੱਠਣਾ, ਬਲਦ ਜੋੜਨੇ, ਬਲਦਾਂ ਦੇ ਗਲਾਂ ਵਿੱਚ ਟੱਲੀਆਂ ਹੁੰਦੀਆਂ ਸੀ। ਅਸੀਂ ਵੀ ਛੋਟੇ ਹੁੰਦੇ ਐਸਾ ਦੇਖਿਆ ਪਿੰਡਾਂ 'ਚ, ਤੜਕੇ ਟੱਲੀਆਂ ਖੜਕਦੇ, ਬਲਦ ਲੰਘਦੇ ਹੁੰਦੇ। ਸਾਰੇ ਪਿੰਡ ਦੇ ਲੋਕ ਹੌਲੀ ਹੌਲੀ
ਉਹ ਟੱਲੀਆਂ ਨੂੰ ਵੀ ਸੁਣਦੇ, ਉੱਠੋ ਭਾਈ ਹੁਣ ਤਾਂ ਹਾਲੀ ਵੀ ਚੱਲ ਪਏ ਨੇ। ਹਾਲੀ ਦਾ ਮਤਲਬ ਹੈ ਇੱਥੇ ਉਦਮੀ, ਕਿਉਂਕਿ ਉਦਮ ਕਰਕੇ ਤੜਕੇ ਹੀ 8-9 ਵਜੇ ਧੁੱਪ ਚੜ੍ਹਨ ਤੋਂ ਪਹਿਲਾਂ ਚੰਗਾ ਵਾਹਵਾ ਖੇਤ ਵਾਹ ਲੈਂਦੇ ਸੀ। ਮਹਾਰਾਜ ਕਹਿੰਦੇ ਨੇ ਜਿਹੜਾ ਮੈਂ ਹਾਲੀ ਬਣਾਇਆ, ਉਦਮੀ ਬਣਾਇਆ, ਆਪਣੇ ਮਨ ਨੂੰ ਹੀ ਬਣਾਇਆ ਹੋਇਆ, ਤੇ ਜਿਹੜੀ ਹੁੰਦੀ ਆ ਕਿਰਸਾਣੀ ਕਰਨੀ ਆ, ਜ਼ਿਮੀਂਦਾਰਾ ਕੰਮ ਖੇਤੀਬਾੜੀ ਦਾ, ਖੇਤੀ ਬੀਜਣੀ, ਇਹ ਹੈ ਮੇਰੀ ਕਰਨੀ ਭਗਤੀ, ਕਿਰਸਾਣੀ ਕਰਨੀ। ਫਿਰ ਇਹਨੂੰ ਮੈਂ ਪਾਣੀ ਦਿੰਦਾ, ਸਰਮ ਪਾਣੀ, ਮਿਹਨਤ ਰੂਪ ਪਾਣੀ ਮੰਨਿਆ। ਪਰ ਸ਼ਰਮ ਦਾ ਮਤਲਬ ਹੈ ਸ਼ਰਮ ਧਰਮ ਦੋਏ ਛਪ ਖਲੋਏ। ਸ਼ਰਮ ਹੁੰਦੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ, ਸ਼ਰਮ ਖੰਡ ਤੱਕ ਜਾਣਾ। ਸ਼ਰਮ ਪਾਣੀ ਦੇਣਾ, ਫਿਰ ਤਨ ਖੇਤ, ਸਰੀਰ ਰੂਪ ਖੇਤ ਵਿੱਚ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਇਹਦੇ ਵਿੱਚ ਜਦੋਂ ਚੰਗੀ ਤਰ੍ਹਾਂ ਹਾਲ ਵਾਹ ਲਿਆ, ਵੱਦਰ ਤੇ ਆ ਗਿਆ ਸਾਰਾ ਕੁਝ ਖੇਤ ਵਿੱਚ, ਉਸ ਵਕਤ ਜਦੋਂ ਪੂਰੀ ਤਿਆਰੀ ਹੋ ਜਾਂਦੀ ਬੀਜ ਬੀਜਣ ਦੀ, ਪਾਣੀ ਦੇ ਕੇ ਫਿਰ ਕੁਝ ਦਿਨ ਪਿਆ ਰਹਿਣ ਦਿੰਦੇ ਨੇ, ਫਿਰ ਹਲ ਵਾਹੁਣਾ, ਸੁਹਾਗਾ ਫੇਰਨਾ। ਤਾਂ ਇਸ ਤਰੀਕੇ ਨਾਲ ਵੱਟਾਂ ਜੀਆਂ ਬਣਾਉਣੀਆਂ ਛੋਟੀਆਂ ਛੋਟੀਆਂ, ਕਿਆਰੇ ਬਣਾਉਣੇ। ਉਹਦੇ ਵਿੱਚ ਫਿਰ ਜਦੋਂ ਦੇਖਿਆ ਨਾ ਜ਼ਮੀਨ ਬਹੁਤੀ ਗਿੱਲੀ ਹੋਵੇ, ਨਾ ਹੀ ਬਹੁਤੀ ਸੁੱਕੀ ਜਿਹੀ ਹੋਵੇ, ਭੁਰਭੁਰੀ ਜਿਹੀ ਜ਼ਮੀਨ ਜਿਹਦੇ 'ਚ ਪਾਣੀ ਮਾੜਾ ਮਾੜਾ ਹੋਵੇ, ਉਹਨੂੰ ਕਹਿੰਦੇ ਬੱਤਰ ਤੇ ਆ ਹੁਣ ਬੀਜ ਦੋ। ਮਹਾਰਾਜ ਕਹਿੰਦੇ ਜਦੋਂ ਬੱਤਰ ਤੇ ਹੈ, ਬੱਤਰ ਕੀ ਹੈ? ਮਨੁੱਖਾ ਜਨਮ ਬੱਤਰ ਹੀ ਹੈ, ਇਹ ਜਵਾਨੀ ਬੱਤਰ ਹੀ ਹੈ। ਸਤਿਗੁਰੂ ਕਹਿੰਦੇ ਨੇ ਹਰ ਅੰਮ੍ਰਿਤ ਵੇਲੇ ਬੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਅੰਮ੍ਰਿਤ ਵੇਲੇ ਜਿਹੜਾ ਬੀਜਣਾ ਉਹ ਬੱਤਰ ਤੇ ਹੀ ਹੁੰਦਾ ਕੰਮ। ਅੰਮ੍ਰਿਤ ਵੇਲੇ ਬੀਜ ਕੇ ਸਾਰਾ ਦਿਨ ਬੰਦਾ ਬਹੁਤ ਵਧੀਆ ਰਹਿੰਦਾ। ਜਿਵੇਂ ਲੋਕੀ ਸਵੇਰੇ ਉੱਠ ਕੇ ਸੈਰ ਕਰਦੇ ਆ, ਥੋੜ੍ਹੇ ਜਿਹੇ ਹੱਥ ਪੈਰ ਮਾਰੇ ਇੱਧਰ ਉੱਧਰ, ਵਰਜਿਸ਼ ਜੀ ਕਰ ਲਈ, ਉਹਦੇ ਨਾਲ ਸਰੀਰ ਸਾਰਾ ਦਿਨ ਚੁਸਤ ਰਹਿੰਦਾ। ਸੋ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਜਿਵੇਂ ਸਵੇਰੇ ਸਰੀਰ ਦੀ ਵਰਜਿਸ਼ ਹੁੰਦੀ ਹੈ, ਇਸੇ ਤਰ੍ਹਾਂ ਮਨ ਦੀ ਵਰਜਿਸ਼ ਵੀ ਹੁੰਦੀ ਹੈ। ਸਵੇਰੇ ਹੀ ਉੱਠ ਕੇ ਨਿਤਨੇਮ ਨਾਮ ਜਪਣਾ, ਮਨ ਟਿਕਾਉਣਾ, ਉਹ ਸਵੇਰੇ ਹੀ ਮਨ ਨੂੰ ਲੀਹ ਤੇ ਚੜ੍ਹਾ ਦੇਣਾ। ਮਹਾਰਾਜ ਕਹਿੰਦੇ ਨੇ ਫਿਰ ਮਨ ਟਿਕਿਆ ਰਹਿੰਦਾ। ਹਰ ਅੰਮ੍ਰਿਤ ਵੇਲੇ ਬੱਤੈ ਕਾ ਭਗਤ ਜਿਹੜੇ ਨੇ ਬੀਜਦੇ ਨੇ, ਫਿਰ ਸਾਰਾ ਦਿਨ ਖਾਂਦੇ। ਜਿਵੇਂ ਸਵੇਰੇ ਹੀ ਦਾਲ ਸਬਜ਼ੀ ਸਿਆਣੀਆਂ ਮਾਈਆਂ ਬਣਾ ਕੇ ਰੱਖ ਦਿੰਦੀਆਂ ਨੇ, ਸਾਰਾ ਦਿਨ ਟੱਬਰ ਖਾਵੇ। ਸੁਬਹ ਸਵੇਰੇ ਹੀ ਆਪਾਂ ਨਾਮ ਦਾ ਬੀਜ ਵੀ ਬੀਜ ਸਕਦੇ ਹਾਂ। ਨਾਮ ਬੀਜ, ਨਾਮ ਦਾ ਬੀਜ ਬੀਜੋ। ਸੁਹਾਗਾ ਕਿਹੜਾ? ਜਿਹੜਾ ਸੰਤੋਖ ਰੱਖਣਾ ਮਨ ਦੇ ਅੰਦਰ। ਅਤੇ ਜੱਟ ਜ਼ਿਮੀਂਦਾਰ ਜਦੋਂ ਹਲ ਵਾਹੁੰਦੇ ਖੇਤਾਂ 'ਚ, ਉਹਨਾਂ ਦੇ ਖੱਦਰ ਦਾ ਕੁੜਤਾ ਜਿਹਾ ਸਾਦਾ ਜਿਹਾ ਇਕੱਲਾ ਕੁੜਤਾ ਹੀ ਪਾਉਂਦੇ ਹੁੰਦੇ ਸੀ। ਸੋ ਇਸੇ ਪ੍ਰਕਾਰ ਕਛਹਿਰਾ ਆਦਿਕ ਪਾ ਲੈਣਾ ਮਿੱਟੀ ਨਾਲ, ਤਾਂ ਕਿ ਉੱਥੇ ਪਜਾਮਾ ਤਾਂ ਪਾਇਆ ਨਹੀਂ ਜਾਂਦਾ ਖੇਤਾਂ 'ਚ। ਇਸ ਤਰ੍ਹਾਂ ਉਹਦੇ ਵਿੱਚ ਫਿਰ ਹਲ ਵਾਹੁਣਾ, ਗਰੀਬੀ ਜੀ ਵਾਲਾ ਵੇਸ। ਜਿੰਨਾ ਹੀ ਅਮੀਰ ਹੋਵੇ ਜ਼ਿਮੀਂਦਾਰ ਪਿੰਡ 'ਚ, ਸਿਰ ਦੇ ਉੱਤੇ ਛੋਟਾ ਜਿਹਾ ਪਟਕਾ ਪਰਨਾ ਜਿਹਾ, ਕੁੜਤਾ ਪਜਾਮਾ, ਧੌੜੀ ਦੀ ਜੁੱਤੀ, ਬਸ ਉਹ ਉਦੋਂ ਲੋਕ ਪਾਉਂਦੇ ਸੀ। ਗਰੀਬੀ ਜਿਹਾ ਵੇਸ ਰੱਖਣਾ, ਦੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਬੰਦਾ ਅਮੀਰ ਹੋਣਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਗਰੀਬੀ ਵੇਸ ਰੱਖੇ, ਨਿਮਰਤਾ ਵਾਲਾ। ਕਿਉਂਕਿ ਜਿਹੜੀ ਜ਼ਿਆਦਾ ਦਿਖਾਵਾ ਜਿਹਾ ਕਰਨਾ, ਇਹਦੇ ਵਿੱਚ ਵੀ ਮਨ ਹੰਕਾਰੀ ਹੋ ਜਾਂਦਾ। ਲਿਬਾਸ ਐਸਾ ਹੋਵੇ ਨਿਮਰਤਾ ਵਾਲਾ। ਜਿਵੇਂ ਭਗਤ ਰਵਿਦਾਸ ਜੀ ਨੂੰ ਕੋਈ ਚਿੱਟਾ ਕੁੜਤਾ ਪਜਾਮਾ ਦੇ ਗਿਆ, ਭਗਤ ਜੀ ਨੇ ਪਹਿਨ ਲਿਆ। ਹੁਣ ਵਿਚਾਰੇ ਭੋਲੇ ਭਾਲੇ ਸੀਗੇ ਬੜੇ, ਜਿੱਥੇ ਜੁੱਤੀ ਗੰਢਦੇ ਉੱਥੇ ਬਹਿਣਾ। ਕਹਿੰਦੇ ਲਿਬੜ ਜੂਗਾ, ਕੁੜਤੇ ਨੂੰ ਮਿੱਟੀ ਲੱਗ ਜੂ,
ਛਿੱਟਾ ਨਾ ਪੈ ਜੇ, ਦਾਗ ਨਾ ਪੈ ਜੇ। ਦੁਪਹਿਰ ਤੱਕ ਐਂ ਕਰਦੇ ਰਹੇ। ਨਾਲੇ ਕਦੇ ਖੱਬੀ ਬਾਂਹ ਦੇਖੀ, ਕਦੇ ਸੱਜੀ ਦੇਖਣ, ਪਜਾਮੇ ਨੂੰ ਦੇਖਣ ਬੜਾ ਵਧੀਆ ਚਿੱਟਾ। ਔਰ ਇਸ ਤਰ੍ਹਾਂ ਮਨ ਦੇ ਅੰਦਰ ਥੋੜ੍ਹੀ ਜਿਹੀ ਸੂਖਮ ਜੀ ਹਉਮੈ ਵੀ ਕੱਪੜੇ ਪਾ ਕੇ ਵਧੀਆ ਬੈਠਾ ਅੱਜ ਮੈਂ। ਜਦ ਆਇਆ ਖਿਆਲ ਵੀ ਸਵੇਰ ਦਾ ਰਾਮ ਨਾਮ ਤਾਂ ਜਪਿਆ ਹੀ ਨਹੀਂ, ਨਾ ਮੈਂ ਕੋਈ ਕੰਮ ਕੀਤਾ। ਉਹ ਲਾ ਮਨਾ ਇਹਨਾਂ ਨੂੰ ਬਾਹਰ ਪਰੇ, ਇਹ ਆਪਣੇ ਨਹੀਂ ਜੱਚਦੇ ਕੁੜਤੇ ਪਜਾਮੇ ਚਿੱਟੇ ਪਾਉਣੇ। ਉਸ ਵਕਤ ਆਪਣੀ ਦੇਹ ਨੂੰ ਕਹਿੰਦੇ ਤੂੰ ਕਾਏ ਗਰਭ ਹੈ ਬਾਬਲੇ, ਤੁਝੇ ਸੁਜੰਤਾ ਕਛੂ ਨਾ ਹੈ। ਕਹਿੰਦੇ ਕਮਲੀਏ ਤੂੰ ਤਾਂ ਐਵੇਂ ਆਕੜੀ ਜਾਂਦੀ ਕੱਪੜੇ ਪਾ ਪਾ ਕੇ, ਚੱਲ ਪਾਸੇ ਕਰ ਕੱਪੜੇ ਆਪਣੇ। ਤੈਨੂੰ ਪਤਾ ਨਹੀਂ ਤੇਰੇ ਸਿਰ ਤੇ ਮੌਤ ਖੜੀ ਹੈ। ਰਵਿਦਾਸ ਭਗਤ ਜੀ ਨੇ ਕੱਪੜੇ ਲਾ ਕੇ ਉਹ ਪਾਸੇ ਕੀਤੇ, ਉਹੀ ਸਾਦਗੀ ਵਾਲਾ ਵੇਸ ਰੱਖਿਆ। ਮਹਾਰਾਜ ਕਹਿੰਦੇ ਜਿਉਂ ਹੀ ਇਹ ਵੇਸ ਹੀ ਹੈ ਜਿਹੜਾ ਸਾਨੂੰ ਥੋੜ੍ਹਾ ਜਿਹਾ ਫਿਰ ਖਰਾਬ ਕਰਨ ਲੱਗ ਜਾਂਦਾ। ਇਸ ਕਰਕੇ ਗਰੀਬੀ ਵੇਸ ਖਾਲਸੇ ਨੂੰ ਦਿੱਤਾ, ਲੋਹੇ ਦਾ ਕੜਾ ਪਾਤਾ, ਕਕਾਰ ਪਾਤੇ ਆ, ਗਹਿਣੇ ਸਾਰੇ ਬੰਦ ਕਰਾਤੇ ਦਸਵੇਂ ਪਾਤਸ਼ਾਹ ਨੇ। ਔਰ ਸਾਦਗੀ ਵਾਲਾ ਵੇਸ ਸਾਰੇ ਭਾਈਆਂ ਨੂੰ, ਮਾਈਆਂ ਨੂੰ, ਗੁਰਸਿੱਖ ਨੂੰ ਐਸਾ ਵੇਸ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਭਾਉ ਕਰਮ ਕਰ ਜਮ ਸੇ ਕਰ ਭਾਗਠ ਦੇਖ। ਇਹਦੇ ਵਿੱਚ ਜਮਾਓ ਕਿਹੜਾ ਹੁੰਦਾ? ਜਿਹੜਾ ਪ੍ਰੇਮ ਭਾਵਨਾ ਨਾਲ ਕਰਮ ਕਰਨਾ। ਇਹਦੇ ਵਿੱਚ ਜਦੋਂ ਜਮਾਓ ਹੁੰਦਾ ਉਸ ਵਕਤ ਭਾਗਠ ਹੁੰਦਾ ਅਮੀਰ। ਉਹ ਘਰ ਅਮੀਰ ਦੇਖੇ ਜਾ ਸਕਦੇ ਨੇ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਘਰਾਂ ਦੇ ਵਿੱਚ, ਹਿਰਦਿਆਂ ਵਿੱਚ ਨਾਮ ਦੀ ਪੂੰਜੀ ਬਹੁਤ ਇਕੱਠੀ ਹੋ ਜਾਂਦੀ ਹੈ। ਜਿੱਥੇ ਪ੍ਰੇਮ ਦੇ ਨਾਲ ਕੋਈ ਪ੍ਰੇਮ ਕਰਮ ਕਰਦਾ, ਇਹੀ ਉਹਦੇ ਵਿੱਚ ਜਮਾਓ ਹੁੰਦਾ ਹੈ। ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਜੀ, ਪਿਤਾ ਜੀ, ਇਹ ਮਾਇਆ ਨਾਲ ਨਹੀਂ ਜਾਂਦੀ। ਰਾਏ ਬੁਲਾਰ ਜੀ ਤੁਹਾਨੂੰ ਪਤਾ ਨਾ, ਇਹ ਮਾਇਆ ਇਨਸਾਨ ਦੇ ਨਾਲ ਨਹੀਂ ਜਾਂਦੀ। ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੈ ਕੋਏ ਰਹਾਉ। ਇਸ ਤਰੀਕੇ ਨਾਲ ਇਨ ਮਾਇਆ ਜਗ ਮੋਹਿਆ, ਮਾਇਆ ਨੇ ਆਪਣੇ ਵੱਲ ਨੂੰ ਜਗ ਨੂੰ ਖਿੱਚ ਲਿਆ। ਇਸ ਗੱਲ ਨੂੰ ਕੋਈ ਬਿਰਲਾ ਕਰੋੜਾਂ ਚੋਂ ਇੱਕ ਅੱਧਾ ਬੰਦਾ ਜਾਣਦਾ, ਸਮਝਦਾ। ਇਹ ਹਮੇਸ਼ਾ ਨਕਤੀ ਕੋ ਠਨ ਗਨ ਬਾਡਾ ਡੂੰ ਕਿਨਹਿ ਵਿਵੇਕੀ ਕਾਟੀ ਤੂੰ। ਇਹ ਠਨ ਗਨ ਜਿਹੜੀ ਹਨ, ਜਦੋਂ ਪੈਸਾ ਡਿੱਗਦਾ ਧਰਤੀ ਤੇ ਉਦੋਂ ਆਵਾਜ਼ ਆਉਂਦੀ ਠਨ ਗਨ। ਕਬੀਰ ਜੀ ਕਹਿੰਦੇ ਜੋ ਠਨ ਗਨ ਦੀ ਆਵਾਜ਼ ਆਉਂਦੀ ਆ, ਚੰਗੇ ਭਲੇ ਦਾ ਧਿਆਨ ਟੁੱਟ ਜਾਂਦਾ। ਭਾਵੇਂ ਬੈਠਾ ਆਰਾਮ ਨਾਮ ਜਪਦਾ ਹੀ ਹੋਵੇ, ਇੱਕ ਅੱਖ ਖੋਲ੍ਹ ਕੇ ਜ਼ਰੂਰ ਦੇਖੂ ਕਿਹਦੇ ਪੈਸੇ ਡਿੱਗੇ ਆ, ਕਿੱਧਰ ਨੂੰ ਡਿੱਗੇ ਆ, ਮੈਂ ਹੀ ਚੁੱਕ ਲਾਂ ਜੇ ਕਿਤੇ ਨਹੀਂ ਲੱਭੇ ਉਹਨੂੰ। ਕਿਉਂ? ਇਹ ਮਨ ਨੂੰ ਝੱਟ ਮੈਲਾ ਕਰ ਦਿੰਦੀ ਇਨਸਾਨ ਦੇ। ਇਹ ਬੰਦੇ ਦੇ ਮਨ ਨੂੰ ਹਮੇਸ਼ਾ ਖਿੱਚਦੀ ਆ। ਇਹ ਤਾਈਓ ਕਿਹਾ ਭੋਜਨ, ਭਜਨ, ਖਜ਼ਾਨਾ, ਨਾਰੀ, ਚਾਰੇ, ਪੜਦੇ ਕੇ ਅਧਿਕਾਰੀ। ਪੁਰਾਣੇ ਸਮੇਂ ਦੀਆਂ ਗੱਲਾਂ। ਇਹ ਚਾਰ ਚੀਜ਼ਾਂ ਪੜਦੇ 'ਚ ਹੀ ਰੱਖਣੀਆਂ ਪੈਂਦੀਆਂ ਨੇ। ਭੋਜਨ ਖਾਣਾ, ਭਜਨ ਕਰਨਾ, ਖਜ਼ਾਨਾ ਪੈਸਾ ਰੱਖਣਾ, ਇਸਤਰੀ। ਜਦੋਂ ਤੱਕ ਇਹ ਪੜਦੇ 'ਚ ਰਹੇ ਉਦੋਂ ਤੱਕ ਦੁਨੀਆ ਦੇ ਵਿੱਚ ਕਲਯੁਗ ਨਹੀਂ ਛਾਇਆ। ਜਦੋਂ ਪੜਦੇ ਤੋਂ ਬਾਹਰ ਹੋਣਾ ਸ਼ੁਰੂ ਹੋਇਆ ਕੰਮ, ਚਾਰੇ ਚੀਜ਼ਾਂ ਹੁਣ ਪੜਦੇ ਤੋਂ ਬਾਹਰ ਹੀ ਨੇ। ਰੇਹੜੀਆਂ ਤੇ ਖੜੇ ਲੋਕ ਖਾਂਦੇ, ਤੁਰੇ ਜਾਂਦੇ ਖਾਂਦੇ। ਹੁਣ ਕਿਹੜਾ ਓਹਲੇ ਰਿਹਾ ਕੋਈ ਭੋਜਨ? ਨਾ ਭੋਜਨ ਕੋਈ ਓਹਲੇ ਖਾਂਦਾ, ਨਾ ਭਜਨ ਓਹਲੇ ਬੈਠ ਕੇ ਕਰਦਾ। ਦਿਖਾਵੇ ਦਾ ਭਜਨ ਰਹਿ ਗਿਆ। ਖਜ਼ਾਨਾ ਸ਼ਰੇਆਮ ਹੋ ਗਿਆ। ਇਸਤਰੀ ਦਾ ਲਿਬਾਸ ਹੀ ਨਹੀਂ ਰਿਹਾ ਚੰਗਾ। ਇਹਦੇ ਨਾਲ ਦੁਨੀਆ ਦੇ ਉੱਤੇ ਮਾੜੇ ਪ੍ਰਭਾਵ, ਚਾਰ ਗੱਲਾਂ ਹੀ ਹੁੰਦੀਆਂ ਜਿਹੜੀ ਮਨ 'ਤੇ ਮਾੜਾ ਪ੍ਰਭਾਵ ਪਾਉਂਦੀਆਂ। ਤਾਂ ਸਤਿਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਦੱਸਿਆ ਹੋਇਆ ਲਿਬਾਸ ਹੈ, ਗੁਰਸਿੱਖਾਂ ਦੇ ਵਾਸਤੇ ਇਹੀ ਚੰਗਾ। ਦਵਈਆ ਛੰਦ ਪੁਨ ਲਾਲੂ ਬੋਲੋ ਮੁਖ ਵਚਨਾ, ਤਲਵੰਡੀ ਹਟ ਕਰੀਏ। ਫਿਰ ਰਹਾਉ ਦੀ ਪੰਕਤੀ ਤੋਂ ਬਾਅਦ ਕਹਿੰਦੇ ਨੇ, ਫਿਰ ਚਾਚਾ ਲਾਲੂ ਜੀ ਬੋਲੇ ਮੁਖ 'ਚੋਂ ਬਚਨ ਇਹ, ਚਲੋ ਸਾਨੂੰ ਪਤਾ ਤੁਸੀਂ ਖੇਤੀਬਾੜੀ ਨਹੀਂ ਕਰ ਸਕਦੇ, ਇੱਥੇ ਤਲਵੰਡੀ ਹੱਟੀ ਕਰ ਲਓ, ਦੁਕਾਨ ਪਾ ਲਓ।
ਰਹੋ ਸਦਨ ਨਿਜ ਬਣਜੋ ਬਣਜਾ ਮਮ ਬਚ ਉਰਮਹਿ ਧਰੀਏ। ਮੇਰਾ ਬਚਨ ਮਨ 'ਚ ਧਾਰ ਲਓ, ਘਰੇ ਰਹੋ, ਬਣ ਜੋ ਬਣ ਜਾ, ਵਪਾਰ ਕਰੋ ਤੁਸੀਂ। ਤੁਝ ਪਹਚਾਤ ਕਰਤ ਨਿਤ ਰੋਦਨ ਹੇ ਰਹੋ ਜਨਨੀ ਘਾਤੇ। ਇਹ ਮੇਰਾ ਬਚਨ ਮਨ 'ਚ ਧਾਰ ਲਓ। ਤੁਹਾਡੇ ਤੋਂ ਬਾਅਦ ਤੁਹਾਡੇ ਮਾਤਾ ਜੀ ਬਹੁਤ ਰੋਂਦੇ ਆ, ਫਿਰ ਘੱਟੋ ਘੱਟ ਆਪਣੇ ਮਾਤਾ ਵੱਲ ਤਾਂ ਦੇਖੋ। ਬਈ ਬੰਦਾ ਕਹਿੰਦਾ ਚਲ ਵੀ ਮਾਤਾ ਮੇਰੀ ਰੋਂਦੀ ਹੈ। ਸੁਨ ਦੂਸਰ ਪਦ ਸ੍ਰੀ ਮੁਖ ਭਾਖੈ ਸੁਭ ਗਤ ਪ੍ਰਾਪਤ ਜਾਤੇ। ਜਿਸ ਤੋਂ ਸੋਹਣੀ ਕਲਿਆਣ ਪ੍ਰਾਪਤ ਹੁੰਦੀ ਹੈ ਸੁਣ ਕੇ ਦੂਸਰਾ ਜਿਹੜਾ ਪਦਾ ਸੀ ਮਹਾਰਾਜ ਨੇ ਇਹ ਸ਼ਬਦ ਦਾ ਉਚਾਰਨਾ ਕੀਤਾ ਮੁਖੋਂ। ਹਨ ਹਟ ਕਰ ਅਰਜਾ ਸਚ ਨਾਮ ਕਰ ਵਥ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਹੱਟੀ ਕਰਨੀ ਕੀ ਆ, ਜਿਹੜੀ ਉਮਰ ਸਾਡੀ ਰੋਜ਼ ਹਾਣ ਨਾ ਹੁੰਦੀ, ਨਾਸ ਆਰਜਾ ਘਟਦੀ ਜਾਂਦੀ ਆ, ਇਹੀ ਹੱਟੀ ਬਣਾ ਲਓ। ਇਹਦੇ ਵਿੱਚ ਸੱਚੇ ਨਾਮ ਦੀ ਵੱਥ ਹੁੰਦੀ। ਚੀਜ਼ਾਂ ਦੁਕਾਨਦਾਰ ਜਿਵੇਂ ਆਪਣੀ ਹੱਟੀ ਵਿੱਚ ਚੀਜ਼ਾਂ ਰੱਖਦਾ ਹੈ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸਨੋ ਰੱਖ। ਫਿਰ ਉਹਦੇ ਵਿੱਚ ਸੁਰਤ ਜੋੜਨੀ ਪ੍ਰਮਾਤਮਾ 'ਚ, ਸੋਚ ਪਵਿੱਤਰਤਾ ਕਰਨੀ। ਇਹ ਭਾਂਡਸਾਲ ਕਹਿੰਦੇ ਪਹਿਲਾਂ ਲੋਕ ਪੀਪਿਆਂ 'ਚ ਸਮਾਨ ਰੱਖਦੇ ਹੁੰਦੇ ਸੀ। ਸੋ ਇਸ ਤਰ੍ਹਾਂ ਦੁਕਾਨ ਦੇ ਵਿੱਚ ਫੱਟੇ 'ਚ ਚਿਣ ਕੇ ਪੀਪਿਆਂ 'ਚ ਸਮਾਨ ਰੱਖਣਾ, ਉਹ ਭਾਂਡਸਾਲ। ਸੁਰਤ ਸੋਚ ਕਰ ਭਾਂਡਸਾਲ, ਉਹਦੇ ਵਿੱਚ ਉਹ ਸਾਰਾ ਜਿਹੜਾ ਸੌਦਾ ਆਪਣਾ ਨਾਮ ਦਾ ਉਹ ਜਮ੍ਹਾਂ ਕਰਕੇ ਰੱਖ। ਬਣ ਜਾ ਰਿਹਾ ਸੋ ਵਣਜ ਕਰ ਲਹਿ ਲਾਹਾ ਮਨ ਹੱਸ। ਜਿਹੜੇ ਗੁਰਸਿੱਖ ਬਣ ਜਾ ਰਹੇ ਆ, ਸਾਧੂ ਸੰਤ ਨਾਮ ਦੇ ਬਣ ਜਾ ਰਹੇ ਆ, ਉਹਨਾਂ ਕੋਲ ਬੈਠ ਨਾਮ ਦਾ ਵਣਜ ਕਰ। ਵਣਜ ਇੱਕੋ ਹੀ ਇੱਕ ਹੈ, ਜੱਜੇ ਔਂਕੜ ਨੂੰ ਮਤਲਬ ਸਿਰਫ ਨਾਮ ਦਾ ਵਣਜ, ਬਹੁਤੇ ਵਣਜ ਨਹੀਂ ਕਰਨੇ। ਫਿਰ ਵਣਜਾਰਿਆਂ ਨਾਲ ਬੈਠ ਕੇ ਨਾਮ ਦੀ ਵਿਚਾਰ ਕਰ, ਸ਼ਬਦ ਦੀ ਵਿਚਾਰ ਕਰ। ਲੈ ਲਾਹਾ, ਇਹੀ ਬੰਦੇ ਨੇ ਲਾਹਾ ਲੈਣਾ ਦੁਨੀਆ 'ਚ ਬਸ। ਮਨ ਹੱਸ, ਫਿਰ ਤੁਹਾਡਾ ਮਨ ਜਿਹੜਾ ਪ੍ਰਸੰਨ ਚਿੱਤ ਰਹੇਗਾ, ਖੁਸ਼ ਰਹੋਗੇ। ਕੁੰਡਲੀਆ ਛੰਦ ਤਬ ਲਾਲੂ ਕਹਿਵਾਇਓ ਰਾਏ ਬਲਾਰੂ ਪਾਸ। ਉਸ ਵਕਤ ਚਾਚਾ ਲਾਲੂ ਜੀ ਨੇ ਕਹਾਇਆ ਰਾਏ ਬਲਾਰ ਜੀ ਨੂੰ, ਕਹਿ ਕੇ ਉਹ ਅੱਗਿਓਂ ਗੁਰੂ ਨਾਨਕ ਦੇਵ ਜੀ ਨੂੰ ਰਾਏ ਬਲਾਰ ਜੀ ਤੋਂ ਕਹਾਉਂਦੇ ਸੀ ਕਿ ਚਲੋ ਮਹਾਰਾਜ ਨਾ ਜਾਣਗੇ, ਕਿਸੇ ਗੱਲ ਤੇ ਮੰਨ ਜਾਣਗੇ। ਨਾਨਕ ਜੇ ਮਨ ਫਿਰਨਾ ਪਰ ਘਰ ਤੇ ਭਇਓ ਉਦਾਸ। ਕਹਿਣ ਲੱਗੇ ਜੇ ਤੁਹਾਡਾ ਮਨ ਘਰੋਂ ਉਦਾਸ ਹੈ, ਤੁਸੀਂ ਫਿਰਨਾ ਤੁਰਨਾ ਚਾਹੁੰਦੇ ਹੋ ਮਨ ਨੂੰ, ਕਿਉਂ ਕਈ ਵਾਰ ਹੁੰਦਾ ਖੇਤੀ 'ਚ ਵੀ ਨਹੀਂ ਜੀਅ ਲੱਗਦਾ, ਬਈ ਦੁਕਾਨ ਵਿੱਚ ਬਹਿਣ ਨੂੰ ਵੀ ਨਹੀਂ ਜੀਅ ਕਰਦਾ, ਬਿਰਤੀ ਤੁਹਾਡੀ ਫਿਰਤੂ ਤੁਰਤੂ ਜ਼ਿਆਦਾ ਲੱਗਦੀ ਹੈ, ਤੇ ਉੱਧਰ ਜਾਵਾਂ ਸੈਰ ਕਰਾਂ। ਫਿਰ ਤੁਸੀਂ ਇੱਕ ਹੋਰ ਕੰਮ ਜਿਹੜਾ ਹੈ ਉਹ ਕਰ ਲਓ। ਕਰਤੇ ਭਇਓ ਉਦਾਸ ਮੋਲ ਲੀਜੈ ਕਿੰਕਾਨਾ। ਤੁਸੀਂ ਐਂ ਕਰੋ, ਜੇ ਉਦਾਸ ਹੋ ਗਏ ਨਾ ਘਰੋਂ, ਘੋੜਿਆਂ ਦੀ ਸੁਦਾਗਰੀ ਕਰ ਲਓ। ਜਿਹੜੇ ਕਿਕਾਨ ਹੁੰਦੇ ਨੇ ਘੋੜੇ, ਇਹ ਲੈ ਕੇ ਨਾ ਘੋੜੇ ਇੱਧਰੋਂ ਲੈ ਲਈਦੇ ਆ, ਉੱਧਰੋਂ ਵੇਚ ਦੇਈਦੇ ਆ। ਚੰਗੇ ਥਾਂ ਤੋਂ ਜਾ ਕੇ ਖੁਰਾਸਾਨ ਤੋਂ, ਕਾਬਲ ਕੰਧਾਰ ਤੋਂ ਘੋੜੇ ਮਿਲ ਜਾਂਦੇ ਆ। ਮਾੜਾ ਘੋੜਾ 10,000 ਨੂੰ ਆ ਜਾਂਦਾ, ਇੱਥੇ 15 ਦਾ ਵਿਕ ਜੂ। 50,000 ਦਾ ਵੀ ਘੋੜਾ ਹੁੰਦਾ, ਲੱਖ ਦਾ ਵਿਕ ਜੂ, 75,000 ਦਾ। ਉਹ ਫਿਰ ਵਪਾਰ ਹੋ ਜਾਏ ਘੋੜਿਆਂ ਦਾ, ਉਹਦੇ ਵਿੱਚ ਵੀ ਨਾਲੇ ਤਾਂ ਫਾਇਦਾ, ਪੈਸੇ ਬਣਦੇ ਚਾਰ, ਨਾਲੇ ਬੰਦਾ ਦੇਸ਼ਾਂ ਵਿਦੇਸ਼ਾਂ 'ਚ ਘੁੰਮਿਆ ਆਉਂਦਾ ਹੈ। ਕਰੀਏ ਤਿਨ ਕੋ ਬਣ ਜਾ ਫਿਰ ਉਹ ਦੇਸਨ ਜਹ ਜਾਣਾ। ਜੇ ਦੇਸ਼ਾਂ ਵਿਦੇਸ਼ਾਂ ਨੂੰ ਤੁਸੀਂ ਜਾਣਾ ਚਾਹੁੰਦੇ ਹੋ, ਘੋੜਿਆਂ ਦਾ ਵਪਾਰ ਕਰ ਲਓ। ਤਵ ਜਨਨੀ ਧੀਰਜ ਧਰੈ ਸੁਤ ਆਵੈ ਫਿਰ ਧਾਮ। ਤੁਹਾਡੇ ਮਾਤਾ ਜੀ ਨੇ ਇੰਨਾ ਤਾਂ ਹੋਏਗਾ ਨਾ ਧੀਰਜ, ਵੀ ਚੱਲ ਪੁੱਤ ਘੋੜੇ ਲੈਣ ਗਿਆ, ਆ ਜਾਏਗਾ ਮਹੀਨੇ 2 ਮਹੀਨੇ ਨੂੰ, ਚੱਲ ਕੋਈ ਗੱਲ ਨਹੀਂ, ਮਾਂ ਨੂੰ ਧੀਰਜ ਹੋ ਜਾਏਗਾ। ਸੁਨ ਸਰੋਨਨ ਸ੍ਰੀ ਮੁਖ ਭਾਨੈ ਤ੍ਰੇਤੀਆ ਪਦ ਅਭਿਰਾਮ। ਮਹਾਰਾਜ ਨੇ ਉਸੇ ਸ਼ਬਦ ਦੀ ਤੀਜੀ ਪੌੜੀ ਉਚਾਰਨਾ ਕੀਤੀ ਹੈ।
ਕਹਿੰਦੇ ਇਹ ਤਾਂ ਮੈਂ ਕਰ ਹੀ ਰਿਹਾ ਘੋੜਿਆਂ ਦਾ ਵਪਾਰ। ਤੁਹਾਨੂੰ ਕਿਹਨੇ ਕਿਹਾ ਮੈਂ ਘੋੜਿਆਂ ਦਾ ਵਪਾਰ ਨਹੀਂ ਕਰਦਾ? ਕਹਿੰਦੇ ਉਹ ਕਿਹੜੇ ਹਨ? ਸੁਨ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ। ਮਹਾਰਾਜ ਕਹਿੰਦੇ ਜਿਹੜਾ ਸੁਣ ਸ਼ਾਸਤਰ ਸਿਮਰਤੀਆਂ ਵੇਦ ਪੁਰਾਣ ਭਾਵ ਕਹਿਣ ਤੋਂ ਧਾਰਮਿਕ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਜਿਹੜਾ ਸੁਣਨਾ ਬਹਿ ਕੇ, ਉਦੋਂ ਤਾਂ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਾਲੇ ਰਚਨਾ ਨਹੀਂ ਸੀ ਨਾ ਹੋਈ। ਸਿਰਫ ਉਹਨਾਂ ਨੂੰ ਸਮਝਾਉਣ ਲਈ ਕਹਿੰਦੇ ਨੇ ਕਿ ਆਪਣੇ ਧਰਮ ਗ੍ਰੰਥ ਨੂੰ ਪੜ੍ਹਨਾ ਜ਼ਰੂਰੀ ਹੈ। ਬਾਣੀ ਸੁਣਨ ਰੂਪ ਹੀ ਸੌਦਾਗਰੀ ਕੀਤੀ ਹੈ ਮੈਂ, ਤੇ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੇ ਖਿਮਾ ਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਜਾਨ, ਇਹ ਜਿਹੜੇ ਸਤ ਤੋਂ ਭਾਵ ਇੱਥੇ ਸਤ ਵੀ ਹੈ, ਸੱਤ ਘੋੜੇ ਉਹ ਹੋਰ ਵੱਖਰੇ ਕਹਿ ਦਿੰਦੇ ਨੇ, ਹੈ ਇਹੀ ਚੀਜ਼। ਸਤ ਕਹਿ ਦਿਓ ਤਾਂ ਵੀ ਇਹੀ ਸਤ ਸੰਤੋਖ ਦਇਆ ਧਰਮ ਵਿਚਾਰ ਖਿਮਾ ਹਿੰਸਾ, ਚਲੋ ਸੱਤ ਬਣਾ ਲੈਂਦੇ, 10 ਹੁੰਦੇ ਧਰਮ ਲਿੰਗ। ਮਹਾਰਾਜ ਕਹਿੰਦੇ ਇਹ ਸਤ ਸੰਤੋਖ ਦਇਆ ਧਰਮ ਵਿਚਾਰ ਦੇ ਜਿਹੜੇ ਘੋੜੇ ਨੇ ਇਹ ਮੈਂ ਲੈ ਕੇ ਹਰ ਵਕਤ ਨਾਲ ਘੁੰਮਦਾ। ਮੈਂ ਇਹ ਵਪਾਰ ਕਰਦਾ ਜਿਹੜਾ ਬਹਿ ਕੇ ਕਥਾ ਸੁਣਨੀ ਹੈ, ਇਹ ਹੀ ਮੇਰਾ ਵਪਾਰ ਹੈ। ਖਰਚ ਵਨ ਚੰਗਿਆਈਆਂ ਮਤ ਮਨ ਜਾਣ ਹੈ ਕੱਲ। ਕਹਿੰਦੇ ਜਿਹੜਾ ਨਾਲ ਦਾ ਖਰਚ ਸੁਦਾਗਰ ਬੰਨ੍ਹ ਕੇ ਜਾਂਦੇ ਨੇ ਘਰੋਂ ਪੈਸੇ, ਉਦੋਂ ਲੋਕ ਲੈ ਕੇ ਜਾਂਦੇ ਹੁੰਦੇ ਸੀ ਪੰਜੀਰੀ ਤੋਸਾ ਪਰੌਂਠੇ ਬਣਾ ਕੇ, ਸਨਿਗਧ ਜੇ ਨਮਕੀਨ ਚੀਜ਼ਾਂ ਮਿੱਠੀਆਂ ਚੀਜ਼ਾਂ। ਉਦੋਂ ਕਿਹੜਾ ਰਾਜ ਹੋਟਲ ਹੁੰਦੇ ਸੀ, ਬਸ ਜਿੱਥੇ ਦੇਖਿਆ ਉੱਥੇ ਖਾ ਪੀ ਕੇ ਫਿਰ ਪਾਣੀ ਖੂਹਾਂ ਦਾ ਪੀਤਾ, ਅੱਗੇ ਚੱਲ ਪਏ। ਚਾਹ ਪੀਂਦੇ ਹੀ ਨਹੀਂ ਸੀ ਹੁੰਦੇ ਲੋਕ, ਦੁੱਧ ਮਿਲ ਗਿਆ ਲੱਸੀ ਮਿਲ ਗਈ ਪੀ ਲਈ ਕਿਤੇ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਵੇਂ ਵਪਾਰੀ ਲੈ ਕੇ ਜਾਂਦੇ ਨੇ ਨਾ, ਕਹਿੰਦੇ ਮੈਂ ਵੀ ਪਰਲੋਕ ਲਈ ਖਰਚ ਬੰਨ ਕਿਹੜੀਆਂ ਚੰਗਿਆਈਆਂ, ਇਹ ਜਿਹੜੇ ਚੰਗੇ ਚੰਗੇ ਕੰਮ ਕਰਨੇ ਨੇ, ਪੁੰਨ ਕਰਨੇ, ਨਾਮ ਜਪਣਾ, ਸੇਵਾ ਕਰਨੀ ਆ, ਇਹ ਵੀ ਮੈਂ ਪਰਲੋਕ ਨੂੰ ਖਰਚ ਨਾਲ ਬੰਨ ਲਿਆ। ਕਹਿੰਦੇ ਇੰਨੀ ਕੀ ਕਾਹਲੀ ਆ, ਤੁਹਾਡੀ ਉਮਰ ਹਲੇ ਛੋਟੀ ਜਿਹੀ ਤਾਂ ਹੈਗੀ ਆ, 30-35 ਸਾਲ ਦੀ ਉਮਰ ਹੈ, ਹਲੇ ਤਾਂ ਤੁਸੀਂ ਬੜੇ ਜਾ ਕੇ ਬਜ਼ੁਰਗ ਹੋਣਾ। ਕਈ ਕਹਿੰਦੇ ਹੁਣੇ ਕੀ ਲੋੜ ਹੈ। ਮਹਾਰਾਜ ਕਹਿੰਦੇ ਮਤ ਮਨ ਜਾਣ ਹੈ ਕੱਲ। ਮਤਾਂ ਜਾਣੀ ਕੱਲ ਨੂੰ ਆਰਡਰ ਆ ਜੇ ਪ੍ਰਮਾਤਮਾ ਦਾ, ਤੁਰਨਾ ਬਈ ਚੱਲ ਬਈ। ਕਹਿੰਦੇ ਇਹ ਥੋੜ੍ਹੀ ਡਿੱਕੀ ਦਾ ਵੀ ਛੋਟੀ ਉਮਰ ਹੈ ਮੇਰੀ, ਮੈਂ ਮਰਨਾ ਹੀ ਨਹੀਂ, ਇਹ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਸੱਦਾ ਆ ਪਵੇ। ਨਿਰੰਕਾਰ ਕੇ ਦੇਸ ਜਾਹੇ ਤਾਂ ਸੁਖ ਲਹਿ ਹੈ ਮਹਿਲਾ। ਹੁਣ ਨਿਰੰਕਾਰ ਕੈ ਦੇਸ ਜਾਹੇ, ਤੋ ਨਿਰੰਕਾਰ ਪਰਮੇਸ਼ਰ ਦੇ ਕੈ ਦਲਾਈਆਂ ਦੇਸ ਸਸੇ ਸਿਹਾਰੀ, ਜੱਜੇ ਨੂੰ ਜਿਹੜਾ ਕੰਨਾ ਹਾਹੇ ਨੂੰ ਸਿਹਾਰੀ। ਜੱਜੇ ਦਾ ਕੰਨਾ ਜਿੰਨਾ ਮਰਜ਼ੀ ਲੰਮਾ ਕਰ ਲਓ, ਇੱਕ ਲਘੂ ਅੱਖਰ ਹੁੰਦੇ ਇੱਕ ਦੀਰਘ ਹੁੰਦੇ ਨੇ, ਸਿਖਾਇਆ ਹੋਇਆ ਸਾਰਾ ਕੁਛ। ਜਾਹੇ ਇਹ ਬੋਲਣ ਦਾ ਤਰੀਕਾ ਹੈ। ਜੱਜੇ ਦੇ ਕੰਨੇ ਨੂੰ ਜਿਵੇਂ ਮਰਜ਼ੀ ਲੰਮਾ ਕਰੋ, ਪਰ ਹਾਹੇ ਦੀ ਸਿਹਾਰੀ ਬਹੁਤ ਛੇਤੀ ਚੱਕਣੀ ਹੈ। ਜਾਹੇ ਜੇ ਔਂਕੜ ਹੋਵੇ ਜਾਹੋ, ਹੋਹੇ ਹੋ, ਇਸ ਤਰ੍ਹਾਂ ਇਹ ਬੋਲੀ ਬਣ ਜਾਏ। ਜੇ ਕਹੀਏ ਨਿਰੰਕਾਰ ਕੈ ਦੇਸ ਜਾਹੇ, ਫਿਰ ਹਾਹੇ ਲਾਮ ਬਣ ਜਾਣੀ ਹੈ। ਇਸ ਤਰ੍ਹਾਂ ਹੀ ਬੋਲਣਾ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਮਹੱਲ। ਮਹੱਲ ਹੁੰਦਾ ਸਰੂਪ, ਉਹ ਸੁਖ ਸਰੂਪੀ ਸਰੂਪ ਦੇ ਵਿੱਚ ਫਿਰ ਆਪਣਾ ਪ੍ਰਵੇਸ਼ ਨਿਰੰਕਾਰ ਦੇ ਦੇਸ਼ 'ਚ ਪਹੁੰਚ ਜਾਵਾਂਗੇ ਆਪਾਂ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਪ੍ਰਮਾਤਮਾ ਵਾਸਾ ਕਰਦੇ ਨੇ। ਬਹੁਤ ਸੋਹਣੇ ਢੰਗ ਨਾਲ ਨਿਰੰਕਾਰ ਦੇ ਦੇਸ਼ ਜਾਵਾਂਗੇ, ਜੈ ਜੈਕਾਰ ਹੋਵੇਗੀ, ਸਤਿਕਾਰ ਹੋਵੇਗਾ। ਇੱਥੇ ਕਲਯੁਗ ਦੇ ਵਿੱਚ ਜੋ ਨਾਉ ਲਏ ਤਿਸ ਬਦਨਾਮੀ, ਕਲ ਕੇ ਲੱਖਣ ਇਹ ਜਿਹੜਾ ਨਾਮ ਜਪਦਾ ਬਦਨਾਮੀ ਬਹੁਤ ਕਰਦੇ ਲੋਕ ਉਹਦੀ, ਉਹ ਹਟਾਉਂਦਾ ਕਲਯੁਗ, ਉਹ ਹਟ। ਪਰ ਗੁਰਮੁਖ ਪਿਆਰੇ ਸੇਧ ਤੇ ਤੁਰੇ ਰਹਿੰਦੇ ਨੇ। ਸੋ ਇਸ ਕਰਕੇ ਗੁਰਮੁਖ ਆਪਣਾ ਜੰਗ ਜਾਰੀ ਰੱਖਦੇ ਨੇ। ਬਹੁਤ ਸਾਰੀਆਂ ਚੀਜ਼ਾਂ ਰੁਕਾਵਟਾਂ ਖੜੀਆਂ ਕਰਦੀਆਂ ਉਹਨਾਂ ਵਿੱਚ, ਉਹ ਨਾਮ ਜਪਣ ਵਾਲੇ ਨਿਰੰਕਾਰ ਦੇ ਦੇਸ਼ ਦੇ ਚਾਅ ਵਿੱਚ ਫਿਰ ਅੱਗੇ ਹੀ ਵੱਧਦੇ ਤੁਰੇ ਜਾਂਦੇ ਹਨ। ਦੋਹਰਾ ਕਹਿ ਨਿਵ੍ਰਿਤ ਕੇ ਬਚਨ, ਜੇ ਨਹਿ ਸਮਝਤ ਮਨ ਮਾਹੀ। ਸੋ ਕਹਿਣ ਲੱਗੇ ਨਿਵ੍ਰਿਤੀ ਦੇ ਬਚਨ ਨੇ, ਵਿਰਾਗ ਦੇ, ਜੇ ਤੁਸੀਂ ਮਨ ਦੇ ਅੰਦਰ ਨਹੀਂ ਸਮਝਦੇ। ਬਹਰ ਪਰ ਵਿਰਤ ਕੇ ਕਮਲ ਬਦਨ ਸੋ ਪ੍ਰਾਹੀ। ਹੁਣ ਬਾਰ-ਬਾਰ ਗ੍ਰਸਤ ਮਾਰਗ ਦੇ ਜਿਹੜੇ ਬਚਨ ਨੇ, ਇੱਕ ਹੁੰਦੀ ਨਿਰਵਿਰਤੀ, ਇੱਕ ਹੁੰਦੀ ਪ੍ਰਵਿਰਤੀ।
ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਨੂੰ। ਪ੍ਰਵਿਰਤੀ ਹੁੰਦੀ ਮਾਇਆ ਦਾ ਪਸਾਰਾ ਜਾਂ ਪਸਾਰ ਲੈਣਾ। ਵਿਆਹ ਤੋਂ ਬਾਅਦ ਜਿਵੇਂ ਵੱਖਰਾ ਘਰ ਜਿਹਾ, ਫਿਰ ਹੋਰ ਨਿਆਣੇ ਜੇ, ਇਹ ਫਿਰ ਜੀਵ ਨੂੰ ਇੱਕ ਮਾਇਆ ਪੈ ਗਈ। ਹੁਣ ਮਹਾਰਾਜ ਕਹਿੰਦੇ ਗ੍ਰਸਤ ਮਾਰਗ ਦੇ ਬਚਨ ਜਿਹੜੇ ਨੇ, ਤੁਸੀਂ ਮੈਨੂੰ ਨਿਰਵਿਰਤੀ ਦੇ ਮੈਂ ਬਚਨ ਸਮਝਾਉਣਾ, ਤੁਸੀਂ ਸਮਝਦੇ ਨਹੀਂ। ਫਿਰ ਬਹੁਰ ਬਹੁਰ ਪਰ ਬ੍ਰਿਤ ਕੋਏ ਕਮਲ ਬਦਨ ਸੋ ਪ੍ਰਾਹੇ। ਗੁਰੂ ਨਾਨਕ ਦੇਵ ਜੀ ਨੂੰ ਬਾਰ-ਬਾਰ ਉਹ ਪ੍ਰੈਸ ਕਰਨਾ ਕਹਿੰਦੇ, ਜਿਵੇਂ ਆਪਾਂ ਬਾਰ-ਬਾਰ ਕਹੀ ਜਾਂਦੇ ਆ ਤੁਸੀਂ ਆਹ ਕਮਾ ਲਓ, ਤੁਸੀਂ ਐਂ ਕਰ ਲਓ। ਮਹਾਰਾਜ ਨੂੰ ਸਾਰੇ ਜਾਣੇ ਰਲ ਕੇ ਸਮਝਾਉਣ ਲੱਗੇ। ਦੁਵਈਆ ਛੰਦ ਸੁਨ ਕਾਲੂਪਨ ਬਚਨ ਪਖਾਨੇ, ਜੋ ਤੁਮ ਇਹ ਨਹਿ ਕਰਨਾ। ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪੁੱਤਰ ਜੀ ਜੇ ਤੁਸੀਂ ਇਹ ਕੰਮ ਨਹੀਂ ਨਾ ਕਰਨੇ, ਨਹੀਂ ਤੁਹਾਨੂੰ ਪਸੰਦ ਸੁਦਾਗਰੀ ਕਰਨੀ, ਦੁਕਾਨ ਕਰਨੀ, ਖੇਤੀ ਕਰਨੀ, ਕਰੋ ਚਾਕਰੀ ਭੂਪਤ ਕਹਿ ਕੇ ਹੋਵਹੁ ਚਾਕਰ ਬਰਨਾ। ਕਿਸੇ ਰਾਜੇ ਦੀ ਨੌਕਰੀ ਕਰ ਲਓ, ਨੌਕਰੀ ਪੇਸ਼ਾ ਜਾਂ ਸ੍ਰੇਸ਼ਟ ਨੌਕਰ ਹੋਵੇ, ਵਧੀਆ ਥਾਂ ਤੇ ਲੱਗਿਆ, ਤਨਖਾਹ ਲਿਆਉਂਦਾ, ਮੌਜਾਂ ਕਰਦਾ, ਮੀਂਹ ਜਾਓ ਹਨੇਰੀ ਜਾਓ ਤਨਖਾਹ ਮਿਲ ਜਾਂਦੀ ਬੰਦੇ ਨੂੰ। ਇਸ ਕਰਕੇ ਨਾਲੇ ਫਿਰ ਪਰਿਵਾਰ ਵੀ ਪਾਲਣਾ ਹੈ, ਗ੍ਰਸਤ ਮਾਰਗ ਹੈ। ਮੁਝ ਬਚ ਮਾਨ ਕਰਹੁ ਕਹਿ ਕਾਜਾ, ਤਜਹੁ ਫਕੀਰੀ ਵੇਸਾ। ਤੁਸੀਂ ਮੇਰਾ ਬਚਨ ਮੰਨ ਲਓ, ਇਹ ਜਿਹੜਾ ਨਾ ਇਹ ਕਾਜਾ, ਇਹ ਕੰਮ ਕਰ ਲਓ ਨੌਕਰੀ ਵਾਲਾ। ਆੜੇ ਫਕੀਰੀ ਵਾਲੇ ਕੱਪੜੇ ਪਾਏ ਹੋਏ ਨੇ, ਇਹ ਉਤਾਰ ਨਾ ਕਰੋ ਜੀ। ਸੁਨ ਕਰ ਚਤੁਰਤ ਪਦ ਕੋ ਬੰਦਤਾ, ਸ੍ਰੀ ਨਾਨਕ ਜਗਤ ਇੱਛਾ। ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੇ ਇਹ ਜਦੋਂ ਸਾਰੇ ਜਣੇ ਕਹੀ ਜਾਏ, ਫਿਰ ਚੌਥਾ ਪਦਾ ਇਸੇ ਸ਼ਬਦ ਦਾ ਮਹਾਰਾਜ ਨੇ ਉਚਾਰਨਾ ਕੀਤਾ। ਲਾਏ ਚਿਤ ਕਰ ਚਾਕਰੀ, ਮਨ ਨਾਮ ਕਰ ਕੰਮ। ਮਹਾਰਾਜ ਜੀ ਕਹਿਣ ਲੱਗੇ, ਹੁਣ ਤੁਸੀਂ ਕਹਿੰਦੇ ਹੋ ਕਿਤੇ ਨੌਕਰੀ ਕਰ ਲੈ। ਨੌਕਰੀ ਤਾਂ ਮੈਂ ਕਰ ਹੀ ਰਿਹਾ ਰੱਬ ਦੀ। ਕਹਿੰਦੇ ਉਹ ਕਿਵੇਂ ਤੁਸੀਂ ਕਰ ਰਹੇ ਹੋ? ਕਹਿੰਦੇ ਲਾਏ ਚਿੱਤ, ਜਿਹੜਾ ਉਹ 'ਚ ਚਿੱਤ ਲਾਉਣਾ, ਕਰ ਚਾਕਰੀ। ਇਹੀ ਮੇਰੀ ਚਾਅ ਕਰੀ, ਚਾਅ ਨਾਲ ਚਾਕਰੀ ਕਰਦਾ ਮੈਂ ਰੱਬ ਦੀ। ਰੱਬ ਦੀ ਚਾਕਰੀ ਜਿਹੜੀ ਬਹਿ ਕੇ ਕਹਿਣਾ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਇਹ ਚਾਕਰੀ ਹੈ। ਬਸ ਚਿੱਤ ਜੋੜ ਕੇ ਬੈਠੋ, ਇਹ ਚਾਕਰੀ ਹੋ ਗਈ ਰੱਬ ਦੀ। ਤੇ ਇਸ ਵਾਹਿਗੁਰੂ ਨਾਮ ਦਾ ਫਿਰ ਮਨ ਨਾਮ ਦਾ ਫਿਰ ਮੰਨਣ ਕਰੀਏ ਮਨ 'ਚ, ਭਈ ਨਾਮ ਇੰਨਾ ਵੱਡਾ ਹੈ, ਨਾਮ ਨੇ ਦੁਨੀਆ ਸਾਜਤੀ, ਭਈ ਨਾਮ ਨੇ ਆਹ ਕਰ ਦਿੱਤਾ ਹੈ, ਇਹਦਾ ਕੀ ਕਰ ਕੰਮ, ਇਹ ਕੰਮ ਕਰ। ਇਹੀ ਮੈਂ ਨੌਕਰੀ ਪਰਮਾਤਮਾ ਦੀ ਨੌਕਰੀ ਕਰਦਾ, ਉਹ ਮੇਰਾ ਰਾਜਾ ਹੈ। ਵਨ ਵਧੀਆਂ ਕਰ ਧਾਵਣੀ, ਤਾਖੋ ਆਖੈ ਧਨ। ਹੁਣ ਜਿਹੜਾ ਹੈ ਇਹ ਪਾਠ ਲਿਖਿਆ ਤਾਂ ਬਾਨੀ ਆ, ਨੰਨੇ ਔਂਕੜ ਬੱਬੇ ਤੇ ਟਿੱਪੀ ਨਾ, ਫਿਰ ਥੋੜਾ ਜਿਹਾ ਕੱਸ ਕੇ ਬੋਲੀ ਦਾ ਬੰਨ ਵਧੀਆਂ ਕਰ ਧਾਵਣੀ। ਜੇ ਬੰਨਾ ਪੁਰੀਆਂ ਭਾਰ ਜਪਜੀ ਸਾਹਿਬ, ਜਿਵੇਂ ਬੰਨਾ ਥੋੜਾ ਜਿਹਾ ਕੱਸ ਕੇ, ਇਸੇ ਤਰ੍ਹਾਂ ਬੰਨ ਵਧੀਆਂ ਕਰ ਧਾਵਣੀ। ਇਹ ਜਿਹੜੀ ਧਾਵਣੀ ਆ ਮਨ ਦੀ, ਐਵੇਂ ਭੱਜਿਆ ਫਿਰਦਾ ਇੱਧਰ ਉੱਧਰ ਬਦੀਆਂ ਵਾਲੇ ਪਾਸੇ ਨੂੰ, ਇਹਨੂੰ ਬੰਨ ਕੇ ਰੱਖ, ਮਨ ਨੂੰ ਰੋਕ ਕੇ ਰੱਖ ਆਪਣੇ ਨੂੰ। ਇਹ ਜਿਹੜਾ ਮਨ ਨੂੰ ਰੋਕ ਕੇ ਰੱਖਣਾ ਨਾ, ਬਸ ਇਹ ਸਭ ਤੋਂ ਵੱਡੀ ਗੱਲ ਹੈ। ਨਾਮ 'ਚ ਚਿੱਤ ਜੋੜ ਕੇ ਫਿਰ ਕੋਈ ਤਾਕੋ ਆਖੈ ਧਨ, ਉਹਨੂੰ ਸਾਰੀ ਦੁਨੀਆ ਧਨ ਹੈ, ਧਨ ਹੈ, ਧਨ 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 ਜਾਣੇ ਆਇਆ, ਫਿਰ ਉਹਨੂੰ ਹੀ ਧਨ ਕਹਿਣਾ ਜਿਹਨੇ ਮਨ ਨੂੰ ਰੋਕਿਆ ਚਾਰੇ ਪਾਸਿਓਂ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵੱਗਣ ਵੰਨ। ਜਦੋਂ ਬੰਦਾ ਇਹੋ ਜਿਹੇ ਕੰਮ ਕਰਦਾ ਨਾ, ਚਿੱਤ ਲਾਉਂਦਾ ਨਾਮ 'ਚ, ਚਾਕਰੀ ਕਰਦਾ, ਉਹਦੀ ਨਾਮ ਦਾ ਮੰਨਣ ਕਰਦਾ, ਉਹਦਾ ਕੰਮ ਕਰਦਾ, ਮਨ ਨੂੰ ਬਦੀਆਂ ਵੱਲੋਂ ਰੋਕ ਕੇ ਰੱਖਦਾ, ਭੱਜਣ ਨਹੀਂ ਦਿੰਦਾ। ਨਾਨਕ ਵੇਖੈ ਨਦਰ ਕਰ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਧੱਕਦਾ ਉਸ ਬੰਦੇ ਵੱਲ। ਚੜ੍ਹੈ ਚਵੱਗਣ ਵੰਨ, ਉਹਨੂੰ ਫਿਰ ਚੌਗੁਣਾ ਵੰਨ ਚੜ੍ਹਦਾ, ਚੌਗੁਣਾ ਰੰਗ ਨਾਮ ਦਾ। ਪਹਿਲਾਂ ਤਾਂ ਜਿਹੜਾ ਆਪ ਚੜ੍ਹਨਾ ਸੀ ਤਾਂ ਚੜ੍ਹਨਾ ਹੀ ਸੀ 1%, ਥੋੜਾ 2%, ਫਿਰ 3%। ਫਿਰ ਜਦੋਂ ਉਹ ਖੁਸ਼ ਹੋ ਗਿਆ, ਜਦ ਮਾਰੀ ਨਿਗਾਹ, ਪੂਰਾ 100% ਰੰਗ ਚੌਗੁਣਾ ਹੋਰ ਪੱਕਾ ਰੰਗ ਚਾੜ ਦਿੰਦਾ। ਇਹ ਪਿਤਾ ਜੀ ਫਿਰ ਉਹਦੀ ਕਿਰਪਾ ਹੋ ਜਾਂਦੀ ਬੰਦੇ ਉੱਤੇ। ਸਵਈਆ
ਸਰੋਨਨ ਸੁਨੇ ਇਬ ਤੁਸਨ ਕੀਨ ਅਧੀਨ ਪੈ ਜਨੀ ਜਨਕ ਸੋ। ਇਸ ਤਰ੍ਹਾਂ ਜਦੋਂ ਨਾ ਸੁਣੇ ਸਾਰਿਆਂ ਨੇ ਬਚਨ, ਸਰੋਣ ਸੁਣੇ ਤੂਸ਼ਨ ਕੀਨ, ਜਦੋਂ ਕੰਨਾਂ 'ਚ ਬਚਨ ਸੁਣੇ ਉਸ ਵਕਤ ਚੁੱਪ ਕਰ ਗਏ। ਹੁਣ ਕੀ ਸਮਝਾਉਣ, ਮੋਹ ਦੇ ਅਧੀਨ ਹੋ ਕਰਕੇ। ਸੋ ਉਸ ਵਕਤ ਭਏ ਜਨਨੀ ਜਨਕ ਸੋ, ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ। ਕੌਣ ਉਪਾਏ ਨਿਕੇਤਰ ਹੈ ਬਿਰਹਾ ਤਰ ਹੋਏ ਵਿਚਾਰ ਉਰਹੂ ਸੋ। ਹੁਣ ਵਿਚਾਰਦੇ ਨੇ ਉਹ ਮਨ ਦੇ ਅੰਦਰ, ਇਸ ਯਤਨ ਦੇ ਨਾਲ ਗੁਰੂ ਨਾਨਕ ਦੇਵ ਜੀ ਘਰ ਰਹਿ ਪੈਣ। ਏਕ ਤਨੂਜਾ ਹੋਏ ਫਕੀਰ ਵਿਦੇਸ ਗਵੈ ਕਿ ਬਧੀਰ ਧਰੰ ਸੋ। ਇੱਕ ਪੁੱਤਰ ਹੈ ਸਾਡਾ ਇੱਕੋ ਇੱਕ, ਉਹੀ ਫਕੀਰ ਹੋ ਗਿਆ। ਹੁਣ ਵਿਦੇਸ਼ ਗਵੈ, ਹੁਣ ਵਿਦੇਸ਼ਾਂ ਨੂੰ ਜਾ ਰਿਹਾ ਹੈ। ਕਿਵ ਧੀਰ ਧਰੰ ਸੋ, ਹੁਣ ਵਿਚਾਰੇ ਧੀਰਜ ਵੀ ਕਿਵੇਂ ਧਰਨ, ਉਹ ਮਸਾਂ ਮਸਾਂ ਪੁੱਤਰ ਹੋਇਆ ਹੈ। ਦਾਤ ਕੋ ਮੋਹ ਨਾ ਭੇਦ ਨਾ ਪਛਾਣ ਜਾਣ ਹੈ ਮਾਨਵ ਆਨ ਸਮੰਸੋ। ਸੋ ਇਸ ਤਰੀਕੇ ਨਾਲ ਇਹ ਮਾਤਾ ਪਿਤਾ ਦੇ ਮੋਹ ਨੂੰ ਨਹੀਂ ਪਛਾਣਦੇ ਕਿ ਇਹ ਉਹ ਸਾਰੇ ਜਣੇ ਮੋਹ ਪਾਉਣ ਦਾ ਯਤਨ ਕਰਦੇ ਨੇ ਕਿ ਮੋਹ ਪਾ ਲਈਏ ਇਹਨਾਂ ਨੂੰ। ਨਾ ਭੇਦ ਪਛਾਣੈ, ਭੇਦ ਨੂੰ ਪਛਾਣਦੇ ਨਹੀਂ। ਜਾਣੈ ਮਾਨਵਾਨ ਸਮੰਸੋਂ, ਉਹ ਕੀ ਸਮਝਦੇ ਨੇ ਵੀ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਜਿਵੇਂ ਆਮ ਜਿਹਾ ਬੰਦਾ ਹੁੰਦਾ ਨਾ, ਸਾਰੇ ਜਾਣੇ ਮੰਗਰ ਪਏ ਹੋਏ ਨੇ, ਸਾਰੇ ਜਾਣੇ ਇਸ ਤਰ੍ਹਾਂ ਸਮਝਾ ਰਹੇ ਹਨ। ਰਾਏ ਕਹੈ ਫਰਮਾਇਸ਼ ਕੀ ਨਿਜ ਆਸ ਦੇਵ ਹੋ ਜੋਰ ਹੋਈ। ਸੋ ਉਸ ਵਕਤ ਰਾਏ ਜੀ ਕਹਿਣ ਲੱਗੇ ਫਿਰ ਏਦਾਂ ਕਰੋ, ਫਰਮਾਇਸ਼ ਕੀ ਨਿਜ ਆਸ ਦੇਵ ਹੋ। ਕਹਿੰਦੇ ਨੇ ਮੈਨੂੰ ਫਰਮਾਇਸ਼ ਦੀ ਆਗਿਆ ਦਿਓ, ਤੁਸੀਂ ਆਪਣੇ ਹੁਕਮ ਕਰੋ, ਭਾਵ ਤੁਹਾਡੀ ਕੀ ਫਰਮਾਇਸ਼ ਹੈ, ਤੁਸੀਂ ਕਿਵੇਂ ਕਰ ਸਕਦੇ ਹੋ, ਕਿਵੇਂ ਘਰ 'ਚ ਰਹਿ ਸਕਦੇ ਹੋ, ਜਿਵੇਂ ਮੈਨੂੰ ਹੁਕਮ ਕਰੋ ਨਾ, ਮੈਂ ਉਸੇ ਪ੍ਰਕਾਰ ਕਰਾਂ, ਮੇਰੇ ਹੱਥੋਂ ਜਿਵੇਂ ਆਪ ਜੀ ਦੀ ਸੇਵਾ ਹੋ ਜੇ। ਮੋਹ ਕਰਤੇ ਤੁਮ ਸੇਵ ਬਨੈ ਸਫਲਾ ਸੁਭ ਬਾਸਰ ਜਨ ਹੋ ਸੋਈ। ਸੋ ਮੇਰੇ ਹੱਥੋਂ ਕੋਈ ਸੇਵਾ ਹੋ ਜਾਏ, ਮਿਹਰ ਕਰ ਦਿਓ, ਔਰ ਮੈਂ ਸਮਝਾਂ ਸਫਲਾ ਸੁਭ ਬਾਸਰ ਜਾਨੋ ਸੋਈ। ਉਹ ਦਿਨ ਨੂੰ ਮੈਂ ਸਫਲਾ ਸਮਝਾਂ ਜਿਸ ਦਿਨ ਮੇਰੇ ਹੱਥੋਂ ਜਿਹੜੀ ਆ ਨਾ ਤੁਹਾਡੀ ਸੇਵਾ ਹੋ ਜਾਵੇ। ਇਹੋ ਪਦਾਰਥ ਤੋਂ ਕਿਰਤਾਰਥ ਹੋਏ ਸੁਆਰਥ ਲੋਕਨ ਦੋਈ। ਜੇ ਤੁਸੀਂ ਮੈਥੋਂ ਪਦਾਰਥ ਲੈ ਲਓ ਤਾਂ ਫਿਰ ਇਹ ਮੈਂ ਸਮਝਾਂਗਾ ਕਿ ਮੇਰਾ ਮਤਲਬ, ਮੇਰਾ ਸੁੱਖ ਪੂਰਾ ਹੋ ਗਿਆ, ਦੋਵਾਂ ਲੋਕਾਂ ਦੇ ਵਿੱਚ ਮੈਨੂੰ ਸੁੱਖ ਮਿਲ ਗਿਆ ਔਰ ਮੈਂ ਕਰਤਾਰਥ ਹੋ ਜਾਵਾਂ। ਸ੍ਰੀ ਗੁਰੂ ਜੀ ਸੁਣ ਕੈ ਤਿਹ ਤੇ ਕਹਿ ਬਨੀ ਬਾਨੀ ਬੈਰਾਗ ਕਹਿ ਸੰਗ ਭਗੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਇਹ ਤਾਂ ਹੁਣ ਹਟਦੇ ਹੀ ਨਹੀਂ, ਫਿਰ ਬਰਾਗ ਦੇ ਵਿੱਚ ਭਿੱਜੀ ਹੋਈ ਬਾਣੀ ਕਹੀ। ਸ੍ਰੀ ਕਰਤਾਰ ਉਧਾਰ ਮਹਾਂਤ ਹੈ ਉਪਰ ਹੈ ਫਰਮਾਇਸ਼ ਮੇਰੀ। ਸ੍ਰੀ ਕਰਤਾਰ ਜੀ ਜਿਹੜੇ ਨੇ ਨਾ ਉਦਾਰ, ਵੱਡੇ ਚਿੱਤ, ਮਹਾ ਵੱਡੇ, ਤੇ ਉੱਪਰ ਹੈ ਫਰਮਾਇਸ਼ ਮੇਰੀ, ਉਹਦੇ ਉੱਤੇ ਮੇਰੀ ਬੇਨਤੀ ਹੈ। ਪਾਲਤ ਜੋ ਜਲ ਮੈਂ ਥਲ ਮੈਂ ਸੋ ਚਲਾ ਚਲ ਕੋ ਸਭ ਕਾਲ ਅਧੇਰੀ। ਹੁਣ ਜਿਹੜੇ ਨੇ ਪਾਲਦੇ ਨੇ ਜਲ ਦੇ ਵਿੱਚ, ਥਲ ਦੇ ਵਿੱਚ, ਚਲਾ ਚਲ ਹੁੰਦਾ। ਇਸ ਤਰ੍ਹਾਂ ਜਿਹੜੇ ਚੱਲ ਤੇ ਅਚਲ ਜੀਵ ਹੁੰਦੇ ਨੇ, ਚੇਤਨ ਤੇ ਜੜ, ਕੋ ਸਭ ਕਾਲ ਅਧੇਰੀ, ਸਾਰਿਆਂ ਸਮਿਆਂ ਦੇ ਵਿੱਚ ਉਹ ਪ੍ਰਮਾਤਮਾ ਬਿਨਾਂ ਕਿਸੇ ਦੇਰੀ ਤੋਂ ਬੰਦੇ ਨੂੰ ਪਾਲਦਾ ਹੈ। ਜੇ ਪਦਾਰਥ ਨਾਹੀਂ ਰਹਿ ਥਿਰ ਹੋਤ ਬਿਨਾਸ਼ ਨ ਲਾਵਹਿ ਦੇਰੀ। ਹੁਣ ਹੈ ਜੇ ਪਦਾਰਥ ਨਾਹੀਂ ਰਹਿ ਥਿਰ, ਜਿਹੜੇ ਆ ਪਦਾਰਥ ਨੇ ਮਹਾਰਾਜ ਕਹਿੰਦੇ ਇਹ ਤਾਂ ਦੇਖੋ ਥਿਰ ਨਹੀਂ ਨਾ ਰਹਿਣ ਵਾਲੇ, ਇੱਕ ਜਗ੍ਹਾ ਟਿਕਣ ਨਹੀਂ ਵਾਲੇ। ਤੇ ਕਹਿੰਦੇ ਸੀ ਵੀ ਕੋਈ ਫਰਮਾਇਸ਼ ਦੱਸੋ ਕੀ ਲਾਈ ਕਰੀਏ। ਰਾਏ ਬੁਲਾਰ ਜੀ ਮਹਾਰਾਜ ਨੂੰ ਕਹਿੰਦੇ ਨੇ ਫਰਮਾਇਸ਼ ਦੱਸੋ ਕੀ ਹੈ ਤੁਹਾਡੀ। ਕਹਿੰਦੇ ਮੇਰੀ ਫਰਮਾਇਸ਼ ਤਾਂ ਤੁਹਾਡੇ ਕੋਲ ਥੋੜ੍ਹੀ ਹੈ, ਮੇਰੀ ਤਾਂ ਕਰਤਾਰ ਕੋਲੇ ਆ ਜਿਹੜਾ ਸਾਰਿਆਂ ਨੂੰ ਪਾਲਦਾ ਹੈ ਔਰ ਜਲ ਦੇ ਵਿੱਚ, ਥਲ ਵਿੱਚ, ਜੜ ਅਜੜ ਸਾਰਿਆਂ ਨੂੰ ਰੋਟੀ ਦਿੰਦਾ ਹੈ, ਬਿਨਾਂ ਦੇਰੀ ਤੋਂ ਹੀ ਦਿੰਦਾ ਹੈ। ਜੇ ਪਦਾਰਥ ਨਾਹੀਂ ਰਹਿ ਥਿਰ, ਆ ਜਿਹੜੇ ਤੁਸੀਂ ਮੈਨੂੰ ਪਦਾਰਥ ਜੇ ਕਹੀ ਜਾਂਦੇ ਹੋ ਇਹ ਕਿਤੇ ਟਿਕਣ ਵਾਲੇ, ਹੋਤ ਬਿਨਾਸ਼ ਨਾ ਲਾਵਹਿ ਦੇਰੀ, ਇਹ ਤਾਂ ਬਸ ਛਿਨ ਦੀ ਖੇਡ ਹੁੰਦੀ, ਇੱਕ ਛਿਨ ਵਿੱਚ ਹੀ ਖਤਮ ਹੋ ਜਾਂਦੇ ਹਨ। ਸੋਰ ਗਏ ਦਿਸ ਚਾਰ ਕੋ ਜੈਕਾਰ ਸੰਗ ਕਿਸੈ ਨ ਆਵਤ ਹੇਰੀ। ਸੋ ਇਸ ਤਰ੍ਹਾਂ ਛੋੜ ਗਏ ਦਿਸ ਚਾਰ ਕੋ ਜੈਕਾਰ, ਉਹ ਜੀਵ ਜਿਤੇ ਜਲ ਮੈਂ ਥਲ ਮੈਂ,
ਪਲ ਹੀ ਪਲ ਮੈਂ ਸਭ ਥਾਪ ਥਪਾਂਗੇ। ਉਹ ਕਿੰਨੇ ਹੋ ਕੇ ਚਲੇ ਗਏ ਨੇ, ਜਿਨ੍ਹਾਂ ਦੀ ਚਾਰ ਪਾਸੇ ਪੂਰਬ ਪੱਛਮ ਉੱਤਰ ਦੱਖਣ ਵਿੱਚ ਜਿਨ੍ਹਾਂ ਦੀ ਸੀ ਨਾ ਜੈ ਜੈਕਾਰ, ਲੋਕੀ ਕਹਿੰਦੇ ਧੰਨ ਹੈ, ਵੱਡਾ ਤਕੜਾ ਰਾਜ ਹੈ। ਆ ਜਿਹੜੇ ਆਪਣੇ ਸਵਈਏ ਨੇ ਨਾ, ਇਹਨਾਂ 'ਚ ਸਾਰਾ ਕੁਝ ਲਿਖਿਆ ਹੀ ਹੋਇਆ। ਕਹਿੰਦੇ ਫੇਰ ਉਹ ਚਾਰ ਕੋ ਜੈਕਾਰ, ਸੰਗ ਕਿਸੇ ਨਾ ਆਵਤ ਹੇਰੀ। ਹੁਣ ਜਦੋਂ ਚਾਰੇ ਪਾਸੇ ਜੈਕਾਰ ਹੈ, ਕਿਸੇ ਨਾਲ ਜਾਂਦੀ ਦੇਖੀ ਮਾਇਆ? ਕਿਸੇ ਨਾਲ ਨਹੀਂ ਜਾਂਦੀ। ਹਰ ਕੋਈ ਮਾਇਆ ਇੱਥੇ ਹੀ ਛੱਡ ਕੇ ਜਾਂਦਾ ਹੈ। ਜੀਤ ਦਸੋ ਦਿਸ ਦ੍ਰੁਤ ਲਈ, ਜਨ ਭੂਪਨ ਤੇ ਨਿਜ ਸੇਵ ਕਰਾਏ। ਸੋ ਇਸ ਤਰੀਕੇ ਨਾਲ ਕਹਿੰਦੇ ਜੀਤ ਦਸੋ ਦਿਸ ਦ੍ਰੁਤ ਲਈ, ਛੇਤੀ ਦੇ ਨਾਲ ਜਿਨ੍ਹਾਂ ਨੇ ਦਸੋ ਦਿਸ਼ਾ ਜਿੱਤ ਲੀਆਂ, ਸਿਕੰਦਰ ਵਰਗਿਆਂ ਨੇ, ਜਿਨ ਭੂਪਨ ਤੇ ਨਿਜ ਸੇਵ ਕਰਾਏ। ਵੱਡੇ ਵੱਡੇ ਰਾਜੇ ਜਿਹਨੂੰ ਚਾਅ ਕਰਦੇ ਸੀ, ਰਾਜੇ ਨੂੰ, ਇੱਕ ਨੂੰ ਹੋਰ ਨੂੰ, ਵੱਡੇ ਨੂੰ, ਸੁਲਤਾਨ ਨੂੰ। ਫਿਰ ਜਿਹੜੇ ਰਾਜੇ ਸੀ ਵੱਡੇ ਵੱਡੇ ਛਤਰ ਫੜ ਕੇ ਖੜਨਾ ਉਹਨਾਂ ਨੇ, ਤੇ 12 ਯੋਜਨ ਛਤਰ ਚਲਿਆ ਥਾ। 48 ਕੋਹ ਤੱਕ ਰਾਜੇ ਛਤਰ ਫੜ ਕੇ ਹੀ ਖੜਦੇ ਸੀ। ਜਿੱਥੋਂ ਤੁਰਦਾ ਸੀ ਦੁਰਯੋਧਨ, ਰਾਜੇ ਛਤਰ ਫੜ ਕੇ, ਬੰਦੇ ਨਹੀਂ, ਆਮ ਬੰਦਾ ਨਹੀਂ, ਰਾਜੇ ਰਾਜੇ ਸਿਰਫ। ਇੰਨੇ ਰਾਜੇ ਉਹਦੇ ਅਧੀਨ ਸਨ। ਮਹਾਰਾਜ ਕਹਿੰਦੇ ਫਿਰ ਕਿੱਧਰ ਗਏ ਹੋ? ਕਿਤੇ ਹੈ ਦੁਨੀਆ 'ਚ? ਦੇਖਦੇ ਹੋ ਕਿਸੇ ਰਾਜੇ ਨੂੰ ਵੀ ਇੱਥੇ ਦੁਨੀਆ ਵਿੱਚ ਰਾਜਾ ਬੈਠਾ ਹੈ? ਪੁੰਜ ਕੀਏ ਤਨ ਹੈਬਰ ਗੈਬਰ, ਜੋਰ ਚਮੂ ਚਤੁਰੰਗ ਬਣਾਏ। ਹੋਰ ਉਸ ਵਕਤ ਉਹਨਾਂ ਨੇ ਕੀ ਕੀਤਾ? ਇਕੱਠੇ ਕੀਤੇ ਉਹਨਾਂ ਨੇ। ਪੁੰਜ ਕੀਏ ਧਨ, ਪੈਸਾ ਇਕੱਠਾ ਕੀਤਾ। ਹੈਵਰ ਹੁੰਦੇ ਨੇ ਸ੍ਰੇਸ਼ਟ ਚੰਗੇ ਘੋੜੇ ਇਕੱਠੇ ਕੀਤੇ। ਗੈਵਰ ਹੁੰਦੇ ਨੇ, ਉਹਨਾਂ ਨੇ ਚੰਗੇ ਹਾਥੀ ਇਕੱਠੇ ਕੀਤੇ। ਜੋਰ ਜੰਮੂ, ਫੌਜ ਵੀ ਬੜੀ ਇਕੱਠੀ ਕੀਤੀ ਉਹਨਾਂ ਨੇ, ਤੇ ਬਹੁਤ ਸਾਰੀ ਫੌਜ। ਫਿਰ ਚਤੁਰੰਗ ਬਣਾਏ, 4 ਤਰ੍ਹਾਂ ਦੀ ਫੌਜ, ਹਾਥੀ ਸਵਾਰ, ਰੱਥ ਸਵਾਰ, ਘੋੜੇ ਤੇ ਚੜੇ ਹੋਏ ਤੇ ਪੈਦਲ, ਇਹ ਸਾਰੇ ਬਣਾਏ ਹਨ। ਜੌਨ ਸਮੈ ਕਰ ਕਾਹੇ ਨ ਜਾਣਤਾ, ਅੰਤ ਸਮੈ ਪਗ ਨੰਗ ਸਜਾਏ। ਜੌਨ ਸਮੈ ਕਰ ਕਾਹੇ ਨ ਜਾਣਤ, ਜਿਸ ਪ੍ਰਤਾਪ ਦੇ ਸਮੇਂ ਉਹ ਕਿਸੇ ਨੂੰ ਕੁਝ ਕਰਕੇ ਨਹੀਂ ਸੀ ਜਾਣਦੇ। ਦੂਜੇ ਨੂੰ ਕਹਿਣਾ ਜਾ ਤੇ ਤੇਰੇ ਵਰਗੇ 200 ਫਿਰਦੇ ਨੇ। ਰਾਜਿਆਂ ਨੂੰ ਵੀ ਇਹੀ ਕਹਿਣਾ, ਸਮਝਣਾ ਹੀ ਨਾ ਕਿਸੇ ਨੂੰ ਕੱਖ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੰਨੇ ਵੱਡੇ ਹੋਏ ਨੇ ਜਿਹੜੇ ਕਿਸੇ ਨੂੰ ਸਮਝਦੇ ਨਹੀਂ ਸੀ ਕੱਖ, ਤੇ ਉਹਨਾਂ ਨੂੰ ਫਿਰ ਕੀ ਹੋਇਆ? ਕਹਿੰਦੇ ਨੇ ਅੰਤ ਸਮੇਂ ਪਗ ਨੰਗ ਸਿਧਾਏ। ਸੋ ਇੱਥੇ ਪਏ ਤੋਂ ਕਹਾਂ ਪੇ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰਾ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਜੋ ਇਹ ਸਵਈਏ ਉਚਾਰਨ ਕੀਤੇ ਨੇ, ਇਹ ਜਦੋਂ ਰਾਜਾ ਛੋਟੀ ਜਿਹੀ ਉਮਰ ਦਾ ਸੀ, ਰਾਜਾ ਆਇਆ ਸੀ ਅਸਾਮ ਤੋਂ, ਉਸ ਵਕਤ ਉਸ ਰਾਜੇ ਪ੍ਰਤੀ ਮਹਾਰਾਜ ਨੇ ਇਹ ਸਵਈਏ ਵਿਰਾਗਮਈ ਉਚਾਰਨ ਕੀਤੇ ਸਨ। ਜੋ ਕਸ ਸਾਜ ਸਮਾਜ ਹਤੋ, ਸਭ ਸੋਰ ਗਏ ਨਹਿ ਪਾਰ ਵਸਾਏ। ਹੁਣ ਜਿਹੜਾ ਕੋਈ ਕਿਸੇ ਕੋਲ ਸਾਜੋ ਸਮਾਨ ਸੀ, ਉਹ ਛੱਡ ਕੇ ਚਲੇ ਗਏ ਨਾ। ਕਿੱਥੇ ਕਿਲੇ ਉੱਥੇ ਹੀ ਪਏ ਆ, ਉਹਦੀਆਂ ਫੌਜਾਂ, ਪੈਸਾ। ਕਈ ਕਿਲਿਆਂ ਦੇ ਥੱਲੇ ਪੈਸੇ ਬਥੇਰੇ ਦੱਬੇ ਪਏ ਆ, ਸੋਨਾ ਚਾਂਦੀ ਹੀਰੇ ਪਏ ਆ, ਬਥੇਰੇ ਪਏ ਆ, ਉੱਥੇ ਹੀ ਪਏ ਨੇ। ਕਿੱਥੇ ਲੈ ਗਿਆ ਉਹ? ਮਹਾਰਾਜ ਕਹਿੰਦੇ ਮੈਂ ਇਹ ਕਹਿਣਾ ਵੀ ਤੁਸੀਂ ਇਹ ਗੱਲ ਦਿਮਾਗ 'ਚ ਲਿਆਉਂਦੇ ਕਿਉਂ ਨਹੀਂ? ਵੀ ਇਹ ਜਿਹੜੀ ਚੀਜ਼ਾਂ ਨਹੀਂ ਨਾਲ ਜਾਂਦੀਆਂ, ਤੁਸੀਂ ਮੈਨੂੰ ਕਿਉਂ ਕਹਿੰਦੇ ਹੋ ਇਕੱਠੇ ਕਰ, ਆਹ ਕਰ? ਕਾਹਦੇ ਲਈ ਕਰ? 2 ਰੋਟੀਆਂ ਖਾਣੀਆਂ, ਇੱਕ ਬੰਦੇ ਨੇ 2 ਕੱਪੜੇ ਪਾਉਣੇ ਆ, ਘਰ ਰਹਿਣ ਨੂੰ ਹੈਗਾ। ਐਵੇਂ ਹੀ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਇਕੱਠੀ ਕਰੋ, ਫਿਰ ਛੱਡ ਕੇ ਜਾਓ, ਫਿਰ ਪਛਤਾਓ, ਕੀ ਫਾਇਦਾ? ਮੈਂ ਕਹਿੰਦਾ ਵੀ ਨਾਮ ਨੂੰ ਇਕੱਠਾ ਕਰੋ। ਕੂਰ ਪਸਾਰ ਰਚਿਓ ਕਰਤਾਰ ਨੈ ਤਾਨ, ਕਨਾਤ ਦਹੀ ਇਹ ਮਾਇਆ। ਇਹ ਕਰਤਾਰ ਨੇ ਰਚਿਆ ਕੂੜ ਦਾ ਪਸਾਰਾ, ਜਾਣ ਕੇ ਦੇਖਣਾ ਬੰਦੇ ਨੂੰ ਕੀ ਕਰਦਾ ਹੈ। ਇਹ ਬੰਦੇ ਦੇ ਉੱਤੇ ਪਾਤੀ ਮਾਇਆ ਦੀ ਕਨਾਤ। ਜਦੋਂ ਕਨਾਤ ਪਾ ਦਿੱਤੀ ਬੰਦੇ ਦੇ ਉੱਤੇ, ਸੋ ਉਸ ਵਕਤ ਕਨਾਤ ਐਸੀ ਪਾਈ। ਕਨਾਤ ਹੁੰਦੀ ਜਿਵੇਂ ਉੱਪਰ ਕੱਪੜਾ ਤਾਣ ਦੀ, ਵਿਆਹ ਸ਼ਾਦੀਆਂ ਕਨਾਤਾਂ ਹੁੰਦੀਆਂ, ਬੰਦੇ ਉੱਤੇ ਐਸੀ ਕਨਾਤ ਪਾ ਦਿੱਤੀ। ਰੰਗ ਅਨੇਕਨ ਕੀ ਜੋ ਬਾਨੀ, ਜਿਨ ਮਾਨਵ ਕੋ ਨਿਜ ਗਿਆਨ ਭੁਲਾਇਆ। ਅਨੇਕਾਂ ਰੰਗਾਂ ਦੀ ਮਾਇਆ ਬਣਾ ਦਿੱਤੀ। ਇੰਨੇ ਦੇ ਰੰਗ ਨੇ ਜਿਹਨੇ ਬੰਦੇ ਨੂੰ ਭੁਲਾ ਹੀ ਦਿੱਤਾ, ਬੰਦੇ ਨੂੰ ਐਸਾ ਆਪਣੇ ਜਾਲ 'ਚ ਫਸਾਇਆ
ਕਿ ਬੰਦੇ ਨੂੰ ਆਪਣਾ ਆਪ ਹੀ ਭੁੱਲ ਗਿਆ, ਮੈਂ ਕੌਣ, ਇਹੀ ਭੁੱਲ ਗਿਆ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ। ਅਗਿਆਨ ਕਰਕੇ, ਮਾਇਆ ਕਰਕੇ ਆਪਣਾ ਆਤਮ ਸਰੂਪ ਬੰਦਾ ਭੁੱਲ ਜਾਂਦਾ। ਕਹਿੰਦੇ ਇਹ ਤਾਂ ਹੈ ਅਗਿਆਨ ਦੀ ਵਿਆਖਿਆ। ਤਾਹੀ ਕੋ ਫਿਰ ਜਾਣਬੋ, ਗਿਆਨ ਕਹਿਤ ਕਾ ਭੂਪ। ਹੁਣ ਉਸੇ ਨੂੰ ਜਾਣ ਲੈਣਾ ਹੀ ਗਿਆਨ ਹੁੰਦਾ। ਆਪਣੇ ਸਰੂਪ ਨੂੰ ਭੁੱਲ ਜਾਣਾ ਹੀ ਅਗਿਆਨਤਾ ਹੈ, ਉਹਨੂੰ ਜਾਣ ਲੈਣਾ ਹੀ ਗਿਆਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਕਰੋ। ਇਹ ਤੁਸੀਂ ਨਿੱਕੀਆਂ ਨਿੱਕੀਆਂ ਕੌਡੀਆਂ ਜਿਹੀਆਂ ਇਕੱਠੀਆਂ ਕਰਦੇ ਰੱਖਦੇ ਹੋ, ਇਹਦਾ ਕੀ ਫਾਇਦਾ? ਜਦ ਅੰਦਰਲੇ ਸਰੂਪ ਦਾ ਚਾਨਣ ਹੋ ਗਿਆ, ਗਿਆਨ ਹੋ ਗਿਆ, ਇਹੀ ਸਭ ਤੋਂ ਵੱਡੀ ਚੀਜ਼ ਹੈ। ਪਿਆਰ ਪਦਾਰਥ ਕੂਰ ਸਵਾਰਥ ਬੀਚ ਫਸੇ ਸਭ ਬੈਸ ਬਿਹਾਇਆ। ਹੁਣ ਜਿਹੜੇ ਇਹ ਆ ਸੰਸਾਰ ਅੰਦਰ ਪਿਆਰ ਹੈ, ਪਦਾਰਥਾਂ ਦਾ ਪਿਆਰ ਹੈ, ਫਿਰ ਕੂੜ ਸਵਾਰਥ ਹੁੰਦੀ ਖੁਦਗਰਜੀ, ਕੂੜ ਦੇ ਸਵਾਰਥ ਨੇ। ਬੀਚ ਫਸੇ ਸਭ ਬੈਸ ਬਿਹਾਇਆ, ਇਹਦੇ ਵਿੱਚ ਫਸ ਕੇ ਸਾਰੀ ਉਮਰ ਬੰਦੇ ਨੇ ਬਤੀਤ ਕਰ ਦਿੱਤੀ ਹੈ। ਆਦ ਸਰੂਪ ਅਨਾਦ ਲਖਿਓ ਨਹਿ ਤਉ ਲਖਹੀ ਜੇ ਕਰੈ ਹਰ ਦਾਇਆ। ਜਿਹੜਾ ਆਦ ਸਰੂਪ ਸੀ, ਅਨਾਦ ਸਰੂਪ ਸੀ, ਪਰਮਾਤਮਾ ਅੰਦਰਲੀ ਜੋਤ ਆਤਮਾ, ਤਉ ਲਖਹੀ ਜੇ ਕਰੈ ਹਰ ਦਾਇਆ। ਜੇ ਵਾਹਿਗੁਰੂ ਹੀ ਦਇਆ ਕਰੇ ਤਾਂ ਬੰਦਾ ਆਦ ਸਰੂਪ ਅਨਾਦ ਸਰੂਪ ਨੂੰ ਜਾਣ ਸਕਦਾ ਹੈ। ਰਾਏ ਬੁਲਾਰ ਉਚਾਰਤ ਵਾਕ ਕਹੋ ਸਤ ਬਾਤ ਨਾ ਕੂਰ ਦਇਆਲਾ। ਰਾਏ ਬੁਲਾਰ ਜੀ ਕਹਿਣ ਲੱਗੇ ਸਤ ਹੈ ਮਹਾਰਾਜ, ਸਤ ਹੈ ਜੋ ਤੁਸੀਂ ਕਹਿੰਦੇ ਹੋ, ਸਤ ਹੈ, ਇਹ ਝੂਠ ਨਹੀਂ ਕਹਿੰਦੇ ਤੁਸੀਂ। ਮਾਤ ਪਿਤਾ ਤੁਮਰੇ ਬਿਰਹਾ ਤੁਰ ਨਾ ਗਵਨੋ ਰਹੀਏ ਨਿਜ ਸਾਲਾ। ਤੁਹਾਡੇ ਮਾਤਾ ਪਿਤਾ ਜਿਹੜੇ ਨੇ ਬਹੁਤਾ ਜ਼ਿਆਦੇ ਵਿਚਾਰੇ ਦੁਖੀ ਨੇ ਨਾ, ਇਸ ਕਰਕੇ ਅਸੀਂ ਤਾਂ ਇਹ ਬੇਨਤੀ ਕਰਨੀ, ਸਾਡਾ ਹੋਰ ਕੋਈ ਮਤਲਬ ਨਹੀਂ ਤੁਹਾਨੂੰ ਕਹਿਣ ਦਾ। ਇਹਨਾਂ ਨੂੰ ਇਹ ਵੀ ਸ਼ਾਇਦ ਇਹ ਪਰਚ ਜਾਣਗੇ, ਚੀਜ਼ਾਂ 'ਚ ਫਸ ਜਾਣਗੇ, ਪਰ ਚਲੋ ਸਾਰੀਆਂ ਗੱਲਾਂ ਛੱਡੋ। ਮੁੱਕਦੀ ਗੱਲ ਤਾਂ ਇਹ ਹੈ ਕਿ ਮਾਤਾ ਪਿਤਾ ਨੂੰ ਛੱਡ ਕੇ ਨਾ ਜਾਓ, ਆਪਣੇ ਘਰ ਰਹੋ। 300 ਕੂਪੀ ਲਿਹੋ ਕਿਰਖੀ ਕਰ ਦੇਗਾ ਹੈ ਦੀਨ ਖਵਾਓ ਵਿਸਾਲਾ। ਉਸ ਵਕਤ ਕਹਿਣ ਲੱਗੇ ਤੁਸੀਂ ਫਿਰ ਇਸ ਤਰੀਕੇ ਨਾਲ ਇੱਕ ਹੋਰ ਕੰਮ ਕਰ ਲਓ, 3 ਖੂਹਾਂ ਦੀ ਖੇਤੀ ਜ਼ਮੀਨ ਜਿਹੜੀ ਲੈ ਲਓ, ਅਸੀਂ ਤੁਹਾਨੂੰ ਦਿੰਦੇ ਹਾਂ। ਕਣਕ ਲੈ ਲਓ, ਉਨੀ ਚੌਲ ਲੈ ਲਓ ਜ਼ਮੀਨ ਦੇ, ਤੇ ਤੁਸੀਂ ਖੇਤੀ ਕਰਕੇ ਨਾ ਉਹਦਾ ਲੰਗਰ ਲਾ ਦਿਆ ਕਰੋ। ਚਲੋ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਖੇਤੀ ਕਰੋ, ਅਸੀਂ ਤੁਹਾਨੂੰ 3 ਖੇਤਾਂ ਦੀ ਕਣਕ ਦੇ ਦਿਆਂਗੇ, ਚੌਲ ਦਾਲ ਸਭ, ਤੁਸੀਂ ਘੱਟੋ ਘੱਟ ਲੰਗਰ ਲਾ ਦਿਓ ਬੈਠ ਕੇ। ਜੇ ਤੁਹਾਨੂੰ ਲੰਗਰ ਛਕਾਉਣ ਦਾ ਸ਼ੌਂਕ ਹੈ, ਗਰੀਬਾਂ ਨੂੰ ਮਾਲਾ ਫੜਨ ਦਾ ਸ਼ੌਂਕ ਹੈ। ਦੀਨਨ ਕੋ ਦੁਖ ਦੇਖ ਸਕੋ ਨਾ ਹੈ ਜੋ ਕਰੀਏ ਘਰ ਬੈਸ ਕਿਰਪਾਲਾ। ਜੇ ਤੁਸੀਂ ਦੀਨ ਜਿਹੜੇ ਗਰੀਬ ਨੇ ਉਹਨਾਂ ਦਾ ਦੁੱਖ ਦੇਖ ਨਹੀਂ ਸਕਦੇ ਨਾ, ਯੋਂ ਕਰੀਏ ਘਰ ਬੈਸ ਕਿਰਪਾਲਾ ਜੀ, ਫਿਰ ਲੰਗਰ ਲਾ ਦਿਓ, ਗਰੀਬਾਂ ਨੂੰ ਪ੍ਰਸ਼ਾਦਾ ਛਕਾਈ ਜਾਓ, ਕਿਉਂਕਿ ਤੁਹਾਡੀ ਰੁਚੀ ਐਸੀ ਹੈ। ਇੱਕ ਕੀ ਦੇਗ ਅਖੰਡ ਚਲੈ ਬ੍ਰਹਮੰਡ ਹੀ ਮੰਗਤ ਹੈ ਜਿਸ ਪਾਹੀ। ਹੁਣ ਮਹਾਰਾਜ ਕਿਹੜਾ ਫਿਰ ਅੱਗੇ ਰਸਤਾ ਦਿੰਦੇ ਉਹਨਾਂ ਨੂੰ, ਕਹਿੰਦੇ ਏਕ ਕੀ ਦੇਗ ਅਖੰਡ ਚਲੈ। ਇੱਥੇ ਮੈਂ ਇੱਕ ਨਿੱਕਾ ਜਿਹਾ ਲੰਗਰ ਲਾ ਕੇ ਕਰੂੰ, ਉਹ ਤਾਂ ਅਕਾਲ ਪੁਰਖ ਦੀ ਦੇਗ ਚੱਲ ਹੀ ਰਹੀ ਅਖੰਡ। 84 ਲੱਖ ਜੂਨ ਨੂੰ ਰੋਜ਼ ਰੋਟੀ ਦਿੰਦਾ, ਮੈਂ ਕਿਤੇ ਵੱਖਰੀ ਰੋਟੀ ਦੇਣੀ ਦੁਨੀਆ ਨੂੰ, ਉਹੀ ਦੇ ਤਾਂ ਰਿਹਾ ਹੈ। ਬ੍ਰਹਮੰਡ ਹੀ ਮੰਗਤ ਹੈ ਜਿਸ ਪਾਹੀ, ਉਹ ਸਾਰੇ ਬ੍ਰਹਮੰਡ ਜਿੱਥੋਂ ਮੰਗਦੇ ਨੇ ਜਿਸ ਅਕਾਲ ਪੁਰਖ ਤੋਂ, ਉਹ ਰੋਟੀ ਨਾ ਦੇਵੇਗਾ ਲੋਕਾਂ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੱਕਰਾਂ 'ਚ ਪਾਉਂਦੇ ਹਨ। ਆਦਿ ਅੰਤ ਬੇਅੰਤ ਲਖੋ ਜਗ ਕੰਤ ਦਤਾਰ ਸਮਾਨ ਕੋ ਨਾਹੀ। ਨਾ ਉਹਦਾ ਕੋਈ ਆਦ ਨਾ ਕੋਈ ਅੰਤ ਜਾਣੋ, ਉਹ ਜਗ ਦਾ ਦਤਾਰ ਹੈ, ਸਾਰੇ ਦਾ ਮਾਲਕ ਦੇਣ ਵਾਲਾ, ਉਹਦੇ ਸਮਾਨ ਹੋਰ ਕੌਣ ਹੈ ਦੁਨੀਆ ਵਿੱਚ। ਪ੍ਰਾਨ ਸਰੀਰ ਰਚਿਓ ਤਨ ਧਾਨ ਸਦਾ ਭਜੀਏ ਕਰਤਾ ਮਨ ਮਾਹੀ। ਹੁਣ ਜਿਹੜੇ ਪ੍ਰਮਾਤਮਾ ਨੇ ਪ੍ਰਾਣ ਪਹਿਲਾਂ ਸਰੀਰ ਬਣਾਇਆ, ਪ੍ਰਾਣ ਪਾਏ ਨੇ, ਫਿਰ ਧਨ ਉਸ ਪਰਮਾਤਮਾ ਨੇ ਦਿੱਤਾ ਹੈ, ਦੌਲਤ ਦਿੱਤੀ, ਅੰਨ ਦਿੱਤਾ, ਸਦਾ ਭਜੀਏ ਕਰਤਾ ਮਨ ਮਾਹੀ। ਜਿਹਨੇ ਇੰਨਾ ਕੁਛ ਦਿੱਤਾ ਉਹਨੂੰ ਮਨ ਦੇ ਅੰਦਰ ਭਜਨ ਕਰੋ ਪਰਮਾਤਮਾ ਦਾ, ਕੀ ਨਹੀਂ ਦੇਵੇਗਾ, ਸਭ ਕੁਝ ਦਿੰਦਾ। ਤੁਹਾਨੂੰ ਯਕੀਨ ਨਹੀਂ ਆਉਂਦਾ ਪਰਮਾਤਮਾ ਦੇ ਉੱਤੇ। ਆਨ ਕੀ ਦੇਗ ਨਹੀਂ ਜਗ ਮੈਥਰ ਭੂਪਤ ਹੋਏ ਕੇ ਸਾਹਿਨ ਸਾਹੀ। ਵੱਡਾ ਸ਼ਹਿਨਸ਼ਾਹ ਹੋਵੇ, ਕੋਈ ਰਾਜਾ ਹੋਵੇ, ਕਿਸੇ ਦਾ ਲੰਗਰ ਪੱਕਾ ਦੇਖਿਆ ਵੀ ਪੱਕਾ ਹੀ ਚੱਲਦਾ, ਬਥੇਰੇ ਆਏ ਇੱਥੇ ਲੰਗਰ ਲਾਉਣ ਵਾਲੇ, ਵੀ ਉਹ ਰਾਜੇ ਫਲਾਣੇ ਨੇ ਲਾਇਆ,
ਚਲਿਆ ਗਿਆ। ਬਾਅਦ 'ਚ ਬੰਦ ਹੋ ਗਿਆ ਲੰਗਰ। ਫੇਰ ਦੁਨੀਆ ਨੂੰ ਕੌਣ ਸਾਂਭੂਗਾ? ਮਹਾਰਾਜ ਕਹਿੰਦੇ ਦੁਨੀਆ ਨੂੰ ਸਾਂਭਣ ਵਾਲਾ ਕਰਤਾਰ, ਉਹ ਤਾਂ ਆਪੇ ਸਾਂਭਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਉਹਨੂੰ ਫਿਕਰ ਹੈ ਸਾਰੀ ਦੁਨੀਆ ਦਾ। ਦੋਹਰਾ ਸੁਨ ਸਰੋਨਨ ਮਹਿ ਸਮਝਿਆ, ਹਿਰਦੈ ਅਸ ਵਿਦ ਰਾਏ। ਸੁਣ ਕੇ ਸ਼ਰੋਨਨ ਕੰਨਾਂ ਦੇ ਵਿੱਚ ਸਮਝ ਗਿਆ ਇਸ ਤਰੀਕੇ ਨਾਲ ਰਾਏ ਬੁਲਾਰ। ਰਹਿ ਨ ਕੈਸੇ ਸਦਨ ਮਹਿ, ਕਰਹਿ ਜੇ ਅਨਕ ਉਪਾਏ। ਉਹ ਸਾਰਿਆਂ ਨੂੰ ਕਹਿਣ ਲੱਗਿਆ ਇਹਨਾਂ ਨੇ ਰਹਿਣਾ, ਸਾਰੇ ਯਤਨ ਹੋ ਗਏ ਆ, ਐਵੇਂ ਹੁਣ ਜ਼ਿਆਦਾ ਉਪਾਅ ਨਾ ਕਰੋ, ਇਹਨਾਂ ਨੇ ਘਰ ਨਹੀਂ ਰਹਿਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਕਵਿਤ ਉਰਿਓ ਵਿਚਾਰ ਰਾਏ, ਕਾਲੂ ਸੋ ਅਲਾਏ। ਗੇਰਾ ਰੂਪ ਸੁਖ ਦਾਏ, ਨਹਿ ਕਾਂਕੇ ਘਰ ਮਾਹੇ ਹੈ। ਭਾਈ ਇਹ ਕਿਸੇ ਦੇ ਵੱਸ ਵਿੱਚ ਨਹੀਂ ਗਏ, ਇਹ ਪ੍ਰਮਾਤਮਾ ਆਪ ਨੇ। ਔਰ ਇਉਂ ਵਿਚਾਰ, ਮਨ 'ਚ ਵਿਚਾਰ ਕੇ ਰਾਏ ਜੀ ਨੇ ਬਾਬਾ ਕਲਿਆਣ ਚੰਦ ਜੀ ਨੂੰ ਕਿਹਾ, ਇਹ ਤਾਂ ਰੂਪ ਸੁਖਦਾਈ ਹੈ ਨਾ, ਜਿਹੜਾ ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਬਾਰੇ ਕਹਿੰਦੇ ਨੇ, ਇਹ ਕਿਸੇ ਦੇ ਹੱਥ 'ਚ ਨਹੀਂ। ਨਾ ਤੁਸੀਂ ਆਖੋ ਵੀ ਇਹਨਾਂ ਨੂੰ ਅਸੀਂ ਫੜ ਕੇ ਰੱਖ ਲਾਂਗੇ। ਮਨ ਨਾ ਡੁਲਾਏ, ਆਪ ਬੈਠ ਘਰ ਜਾਏ। ਨਿਜ ਚਿੰਤ ਕੋ ਬੁਲਾਏ, ਸੁਤ ਤੇਰੂ ਦੁਖ ਦਾਏ ਹੈ। ਹੁਣ ਤੁਸੀਂ ਆਪਣੇ ਜਿਹੜਾ ਮਨ ਨਾ ਡਲਾਓ, ਹੁਣ ਘਰ ਜਾ ਕੇ ਆਪਣੇ ਬੈਠੋ। ਚਿੰਤ ਕੋ ਬਿਲਾਏ, ਚਿੰਤਾ ਨੂੰ ਕਰ ਦਿਓ ਦੂਰ। ਸੁਤ ਤੇਰੋ ਦੁਖ ਦਾਹੇ ਹੈ। ਇਹ ਪੁੱਤ ਨੂੰ ਐ ਨਾ ਸਮਝੀ ਮੇਰਾ ਪੁੱਤ ਆਇਆ, ਮੈਂ ਤੇਰੇ ਆਖੇ ਸਮਝਾਤਾ ਸਭ ਕੁਝ, ਤਸੱਲੀ ਹੋ ਗਈ ਤੇਰੀ। ਇਹ ਤਾਂ ਸਾਰੀ ਦੁਨੀਆ ਦਾ ਦੁੱਖ ਦੂਰ ਕਰਨ ਵਾਲੇ ਆ, ਇਹ ਤੇਰਾ ਵੀ ਦੁੱਖ ਦੂਰ ਕਰ ਦੇਣਗੇ। ਕਰੋ ਹੈ ਖੁਦਾਏ ਧਨ, ਇਨ ਕੀ ਰਜਾਏ। ਸਕੈ ਕੌਣ ਉਲਟਾਏ, ਜਹਾਂ ਇਸਾ ਤਹਿ ਜਾਏ ਹੈ। ਇਹ ਖੁਦਾ ਨੇ ਆਪਣਾ ਤਨ ਧਾਰਿਆ, ਇਹਨਾਂ ਦੀ ਰਜਾ ਹੀ ਚੱਲਦੀ ਸਾਰੇ ਪਾਸੇ, ਇਹਨਾਂ ਨੂੰ ਕੋਈ ਉਲਟਾ ਨਹੀਂ ਸਕਦਾ ਬਚਨ ਇਹਨਾਂ ਦਾ, ਨਾ ਇਹਨਾਂ ਨੂੰ ਕੋਈ ਐ ਸਲਾਹ ਦੇ ਸਕਦਾ। ਇਹ ਤਾਂ ਜਿੱਥੇ ਇਹਨਾਂ ਦੀ ਇੱਛਾ ਹੋਵੇਗੀ ਉੱਥੇ ਹੀ ਜਾਣਗੇ। ਦਾਨ ਦਾ ਆਨੰਦ ਸੁਖ ਕੰਦ, ਜਗ ਬੰਦ ਜੋਗ। ਦਮਨ ਕੋ ਮੰਦ, ਅਵਤਾਰ ਵਾਹੇ ਵਾਹੇ ਹੈ। ਇਹ ਤਾਂ ਦਾਨ ਦਾ ਆਨੰਦ ਦੇਣ ਵਾਲੇ ਨੇ। ਦਾਨ ਦਾ ਦਾਤ ਹੁੰਦਾ ਦੇਣ ਵਾਲੇ, ਦਾਨ ਔਰ ਆਨੰਦ ਦੇਣ ਵਾਲੇ ਨੇ, ਸੁੱਖਾਂ ਦਾ ਮੂਲ ਨੇ। ਜਗ ਦੇ ਮੱਥਾ ਟੇਕਣੇ ਯੋਗ ਨੇ ਇਹ, ਔਰ ਪਖੰਡ ਨੂੰ ਮੰਦ ਪਾਉਣਗੇ, ਖਤਮ ਕਰ ਦੇਣਗੇ। ਇਹ ਤਾਂ ਅਵਤਾਰ ਵਾਹੇ ਵਾਹੇ ਹੈ। ਇਹ ਪਤਾ ਕਿਹਦਾ ਅਵਤਾਰ ਹੈ? ਵਾਹਿਗੁਰੂ ਦਾ ਅਵਤਾਰ ਹੈ। ਇਹ ਵਾਹਿਗੁਰੂ ਆਪ ਆਇਆ ਹੋਇਆ ਹੈ ਸ੍ਰਿਸ਼ਟੀ ਤੇ। ਕਾਲੂ ਸੁਨ ਬਾਤ ਮਨ ਮਾਹੇ, ਪਛਤਾਤ ਅਤ ਜਾਨ। ਨਿਜ ਤਾਤ ਨਹਿ ਭੇਵ ਕੋ ਪਛਾਣ ਹੀ। ਬਾਬਾ ਕਲਿਆਣ ਚੰਦ ਜੀ ਨੇ ਜਦੋਂ ਇਹ ਸੁਣਿਆ, ਬਹੁਤ ਪਛਤਾਵਾ ਜਿਹਾ ਹੋਇਆ ਮਨ 'ਚ। ਆਪਣਾ ਪੁੱਤਰ ਜਾਣਿਆ ਪਰ ਭੇਦ ਨਹੀਂ ਪਾਉਣ ਦਿੱਤਾ, ਮਾਇਆ ਐਸੀ ਪਾਈ ਹੋਈ ਹੈ। ਗਵਨਿਓ ਆਵਾਸ ਬਹੁ ਲੇਤ, ਸੀਤ ਸੁਵਾਸ ਤਬ ਹੋਤ। ਸੁਖ ਜੋ ਤਾਂ ਕੋ ਦੁਖ ਪਰ ਮਾਨਹੀ। ਫਿਰ ਉਸ ਵਕਤ ਗਵਨਿਓ ਆਵਾਸ ਆਪਣੇ ਘਰ ਚਲੇ ਗਏ। ਬਹੁ ਲੇਤ ਸੀਤ ਸੁਵਾਸ ਤਬ, ਠੰਡੇ ਠੰਡੇ ਹੌਂਕੇ ਲੈਂਦੇ ਜਾਂਦੇ ਨੇ। ਬੜਾ ਮਨ ਨੂੰ ਦੁੱਖ ਜਿਹਾ ਲੱਗਦਾ ਕਿ ਮੇਰਾ ਪੁੱਤਰ ਠੀਕ ਨਹੀਂ ਨਿਕਲਿਆ। ਹੋਤ ਸੁਖ ਜੋ ਤਾਂ ਕੋ ਦੁਖ ਪਰਮਾਨਹੀ। ਕਹਿੰਦੇ ਭਾਵ ਸੁੱਖ ਨੂੰ ਦੁੱਖ ਮੰਨ ਰਿਹਾ। ਉਹ ਸੁੱਖਾਂ ਦਾ ਦਾਤਾ ਸ੍ਰਿਸ਼ਟੀ ਨੂੰ ਤਾਰਨ ਆਇਆ। ਇਹ ਆਪਣੀ ਸੋਚੀ ਜਾਂਦੇ ਨੇ। ਜਿਹਦੇ ਅਧੀਨ ਹੈ ਮਾਇਆ, ਉਹਨੂੰ ਕਹਿੰਦੇ ਮਾਇਆ ਨਹੀਂ ਕਮਾਉਂਦਾ, ਉਹ ਤਾਂ ਮਾਇਆ ਛੱਡ ਕੇ ਬੈਠੇ ਹਨ। ਸੁਦਾ ਸਿੰਧ ਤਿਆਗ ਅਨੁਰਾਗ, ਮਿਰਗ ਤ੍ਰੇਖਾ ਨੀਰ। ਸੁਧਰਾ ਧਾਰ ਲੀਤ ਨਾ, ਗਿਆਨ ਗਤ ਦਾਨਹੀ। ਹੁਣ ਦੇਖੋ, ਸੁਦਾ ਅੰਮ੍ਰਿਤ ਦਾ ਸਿੰਧ ਸਮੁੰਦਰ ਛੱਡ ਕੇ ਅਨੁਰਾਗ, ਮਿਰਗ ਤ੍ਰਿਖਾ ਨੀਰ। ਕਹਿੰਦੇ ਮਿਰਗ ਜਿਵੇਂ ਅੰਮ੍ਰਿਤ ਦਾ ਜਲ ਛੱਡ ਕੇ ਨਾ ਏਡਾ ਵੱਡਾ ਸਮੁੰਦਰ, ਮਿਰਗ ਤ੍ਰਿਸ਼ਨਾ ਜੇ ਜਲ ਨਾਲ ਪ੍ਰੇਮ ਕਰਦਾ। ਤੇ ਹੁਣ ਸਮੁੰਦਰ ਦੇ ਕਿਨਾਰੇ ਹਰਨ ਦੌੜਿਆ, ਨਦੀ ਦੇ ਕਿਨਾਰਿਓਂ ਦੌੜਿਆ, ਉਹਨੂੰ ਇੱਕ ਭੁਲੇਖਾ ਰਹਿੰਦਾ ਕਿ ਉਹ ਦੂਰ ਮਾਰੂਥਲ ਦੇ ਵਿੱਚ ਭਾਫਾਂ ਜਿਹੀਆਂ ਨਿਕਲਦੀਆਂ, ਕਹਿੰਦੇ ਬੜਾ ਪਾਣੀ ਖੜਾ, ਉੱਥੇ ਨੂੰ ਭੱਜਦਾ ਬਸ। ਇਹ ਛੱਡ ਕੇ ਅੰਮ੍ਰਿਤ ਨੂੰ ਬੰਦਾ ਵੀ ਇਸ ਤਰ੍ਹਾਂ ਹੀ ਕਰਦਾ, ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ। ਇਹ ਮ੍ਰਿਗ ਤ੍ਰਿਸ਼ਨਾ ਹੈ ਸੰਸਾਰ। ਇੱਥੋਂ ਭੱਜ ਗਿਆ, ਉੱਥੇ ਭੱਜ ਗਿਆ, ਉੱਥੇ ਭੱਜ ਗਿਆ, ਫੇਰ ਕਿਹੜਾ ਰੱਜ ਗਿਆ? ਕੁਛ ਵੀ ਨਹੀਂ ਹੋਇਆ। ਉਹੀ ਭੁਲੇਖਾ ਜਿਹਾ ਸੀ ਇੱਕ। ਬਸ ਜਦੋਂ ਫਸ ਗਿਆ, ਸ਼ਤੀਰ ਥੱਲੇ ਥਿਰ ਆ ਗਿਆ। ਉਹ ਕਹਿੰਦਾ ਭਾਈ ਮੈਨੂੰ ਕੌਣ ਕੱਢੂ?
ਉਹ ਕਹਿੰਦਾ ਜਿਹੜਾ ਤੇਰੇ ਨਾਲ ਵੱਧ ਲਾਲਚੀ ਆਊਗਾ ਉਹੀ ਤੈਨੂੰ ਕੱਢੂਗਾ ਹੁਣ ਇੱਥੋਂ। ਇਸ ਕਰਕੇ ਹੁਣ ਬੈਠਾ ਰਹਾ ਮਿੱਠੀ ਜੇਲ੍ਹ 'ਚ। ਸਤਿਗੁਰੂ ਮਹਾਰਾਜ ਕਹਿੰਦੇ ਸ਼ਰਧਾ ਧਾਰ ਲੇਤ ਨਾ ਗਿਆਨ ਗਤ ਦਾਨ। ਸ਼ਰਧਾ ਧਾਰ ਕੇ ਗੁਰੂ ਨਾਨਕ ਸਾਹਿਬ ਤੋਂ ਗਿਆਨ ਤਾਂ ਕੀ ਲੈਣਾ, ਉਲਟਾ ਗੁਰੂ ਨਾਨਕ ਸਾਹਿਬ ਨੂੰ ਗਿਆਨ ਦੇਈ ਜਾਂਦੇ ਨੇ। ਲਾਲੂ ਜਾਤ ਸਾਥ ਸਮਝਾਈਏ ਵੇ ਕਥ ਖਾਥਾ ਧਾਰਿਓ ਸਰੀਰ ਧੀਰਾ ਕਹਿਓ ਤੂੰ ਪੀਰ ਮਾਨਹੀ। ਬਾਬਾ ਲਾਲ ਚੰਦ ਜੀ ਨਾਲ ਨਾਲ ਚਾਚਾ ਜੀ ਜਾ ਰਹੇ ਨੇ, ਭਾਵ ਬਾਬਾ ਗੁਰੂ ਨਾਨਕ ਦੇਵ ਦੇ ਚਾਚਾ ਜੀ ਸਮਝਾਉਂਦੇ ਜਾਂਦੇ ਨੇ ਸਰੀਰ 'ਚ ਧੀਰਜ ਕਰ, ਕਾਲਾ ਨਹੀਂ ਪਈਦਾ ਹੁੰਦਾ। ਕਿਉਂ ਤੂੰ ਪੀੜ ਮੰਨਦਾ ਆਪਣੇ ਮਨ ਦੇ ਅੰਦਰ? ਨਲਾਇਕ ਤਾਂ ਨਹੀਂ ਹੈ ਬੱਚਾ, ਭਗਤੀ ਕਰ ਰਿਹਾ, ਲੋਕਾਂ ਦੇ ਨਿਆਣੇ ਵਾਂਗੂ ਤਾਂ ਨਹੀਂ ਹੈ। ਬਹੁਤ ਕੁਝ ਸਮਝਾ ਰਹੇ ਹਨ। ਮਾਤ ਘਰ ਜਾਤ ਬਿਲ ਖਾਤ ਬਿਰਹਾ ਤੁਰੀ ਤੇ ਹੁਤੋ ਏਕ ਤਾਤ ਸੋ ਵਿਦੇਸ਼ ਜਾਨ ਨਾ ਠਾਨਹੀ। ਮਾਤਾ ਘਰ ਜਾ ਕੇ ਬੜੀ ਵਿਚਾਰੀ ਰੋਂਦੀ ਹੈ, ਬਰਾਗ ਆਉਂਦਾ, ਕਹਿੰਦੀ ਦੱਸੋ ਇੱਕ ਪੁੱਤ ਹੈ ਉਹ ਵੀ ਵਿਦੇਸ਼ਾਂ ਨੂੰ ਜਾਣ ਦੀ ਠਾਣ ਕੇ ਬੈਠਾ, ਆਖੇ ਘੁੰਮਣ ਜਾਣਾ ਹੈ। ਮਹਾਰਾਜ ਉਹਨਾਂ ਨੂੰ ਕੀ ਦੱਸਣ ਮੈਂ ਕੀ ਕਰਨ ਜਾਣਾ, ਉਦੋਂ ਕੀ ਕਹਿਣ ਵੀ ਮੈਂ ਕਿਹੜਾ ਪ੍ਰਚਾਰ ਕਰਨ ਜਾਣਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਕਰਨ ਆਏ ਹਨ। ਰਾਏ ਸਮਝਾਓ ਨਾ ਹੈ ਬਾਕ ਮਨ ਭਾਇਓ ਕੋ ਉਦਾਸੀਨ ਭਇਓ ਨਾ ਅਵਾਸ ਹਿਤ ਜਾਨਹੀ। ਰਾਏ ਜੀ ਨੇ ਸਮਝਾਇਆ ਨਹੀਂ, ਕਿੰਨਾ ਸਮਝਾਇਆ, ਪਰ ਉਹ ਵਾਕ ਨਹੀਂ ਕੋਈ ਮੰਨਦੇ ਕਿਸੇ ਦਾ, ਉਦਾਸੀਨ ਹੋ ਗਏ ਨੇ, ਉਹਨਾਂ ਦਾ ਮਨ ਨਹੀਂ ਕਰਦਾ ਘਰ ਰਹਿਣ ਨੂੰ। ਵੇਦੀ ਕੁਲ ਕੇਤ ਰਹੇ ਰਾਏ ਕੇ ਨਕੇਤ ਨੇ ਸਭੋਰ ਜਬ ਭਈ ਜਾਏ ਵੈਸੇ ਉਹਦੇ ਆਨਹੀ। ਗੁਰੂ ਨਾਨਕ ਸਾਹਿਬ ਨਹੀਂ ਆਏ ਘਰੇ, ਉਹ ਰਾਏ ਜੀ ਦੇ ਘਰੇ ਹੀ ਰਹਿ ਪਏ ਰਾਤ। ਜਦੋਂ ਸਵੇਰ ਹੋਈ ਜੰਗਲਾਂ ਨੂੰ ਚਲੇ ਗਏ। ਮੇਰਾ ਘਰੇ ਕੀ ਕੰਮ ਹੈ, ਆਪਾਂ ਤਾਂ ਜੰਗਲਾਂ 'ਚ ਬਹਿ ਕੇ ਕਰਤਾਰ 'ਚ ਜੁੜਦੇ ਸਮਾਧੀ ਲਾਉਂਦੇ ਹਾਂ। ਬਸਰ ਗੁਜ਼ਾਰ ਕਰ ਆਪਣੇ ਆਘਾਰ ਆਏ ਮੁਖ ਕੇ ਉਧਾਰ ਕਰ ਧਾਰ ਗੁਣ ਖਾਨਹੀ। ਸਾਰਾ ਦਿਨ ਗੁਜ਼ਾਰ ਕੇ ਫਿਰ ਆ ਗਏ ਰਾਤ ਨੂੰ ਆਪਣੇ ਘਰ ਪਰ। ਕਿਉਂ? ਫਿਰ ਵੀ ਜਾਣਦੇ ਨੇ, ਦਿਲੋਂ ਤਾਂ ਸਭ ਪਿਆਰ ਕਰਦੇ ਮਹਾਰਾਜ, ਪਤਾ ਹੈ ਕੌਣ ਮੇਰੇ ਭਗਤ ਨੇ, ਫਿਰ ਵੀ ਆਪਣੇ ਭਗਤਾਂ ਦੀ ਪਰਖ ਹੋਰ ਲੈ ਰਹੇ ਨੇ। ਕਲਿਆਣ ਦੇ ਦੇਣ ਹਾਰੇ ਕਰਤਾਰ ਜੀ ਗੁਣਾਂ ਦੀ ਖਾਣ ਜੋ ਹਨ। ਮਾਤ ਹਰ ਖਾਏ ਔਰ ਆਨੰਦ ਨ ਮਾਏ ਸੋ ਤਨੇਹ ਅਧਿਕਾਏ ਬਹੁ ਵਿਦ ਸਮਝਾਵਈ। ਹੁਣ ਮਾਤਾ ਜੀ ਬਹੁਤ ਖੁਸ਼ ਹੁੰਦੇ ਨੇ, ਆਨੰਦ ਬਹੁਤ ਆਇਆ, ਸਮਾਉਂਦਾ ਨਹੀਂ ਆਨੰਦ ਮਨ 'ਚ। ਪੁੱਤਰ ਨਾਲ ਬਹੁਤਾ ਪਿਆਰ ਹੈ, ਬਹੁਤ ਤਰੀਕੇ ਨਾਲ ਫਿਰ ਮਾਂ ਸਮਝਾਉਣ ਲੱਗੀ। ਤਾਤ ਕੋ ਕਾਜ ਨ ਹੈ ਰਹੋ ਘਰ ਮਾਹੀ ਵੈਸੇ ਕੋ ਨਾ ਕਹੈ ਕਸ ਕਰੋ ਮਨ ਭਾਵਈ। ਪੁੱਤਰ ਜੀ ਕੋਈ ਤੈਨੂੰ ਕੰਮ ਨਹੀਂ ਕਹਿੰਦੇ, ਘਰ 'ਚ ਤਾਂ ਰਹੋ, ਕੋਈ ਨਹੀਂ ਕੰਮ ਕਹਿੰਦੇ ਤੈਨੂੰ, ਬਸ ਮੈਂ ਹੈ ਜੋ ਤੈਨੂੰ ਸੇਵਾ ਤੇਰੀ ਕਰਾਂਗੀ, ਪ੍ਰਸ਼ਾਦਾ ਛਕਾਵਾਂਗੀ, ਕੱਪੜੇ ਤੇਰੇ ਉਹ ਜਿਵੇਂ ਮਾਵਾਂ ਕਰਦੀਆਂ ਨੇ। ਤੁਸੀਂ ਜੋ ਤੁਹਾਡੇ ਮਨ 'ਚ ਆਉਂਦਾ ਉਹ ਕਰੋ, ਬਸ ਸਾਡੀ ਜਿਹੜੀ ਇੱਛਾ ਇਹੀ ਆ ਕਿ ਤੁਸੀਂ ਘਰ ਰਹੋ, ਬਸ ਬਾਹਰ ਨਾ ਜਾਓ ਕਿਸੇ ਪਾਸੇ। ਆਂਖ ਤੈ ਨਾ ਹੋਵੋ ਦੂਰ ਰਹੀਏ ਹਦੂਰ ਸੋ ਤਾ ਫਿਕਰ ਕੋ ਜ਼ਿਕਰ ਨਾ ਤੁਮ ਤੱਕ ਆਵਈ। ਇਸ ਕਰਕੇ ਤੁਸੀਂ ਬਸ ਇਸ ਤਰੀਕੇ ਨਾਲ ਕਰ ਲਓ ਹੁਣ ਕੰਮ, ਅੱਖੋਂ ਦੂਰ ਨਾ ਹੋਵੋ, ਇੰਨੀ ਬੇਨਤੀ ਮੰਨ ਲਓ। ਰਹੀਏ ਹਦੂਰ, ਪੁੱਤਰ ਜੀ ਮੇਰੇ ਕੋਲ ਰਿਹਾ ਕਰੋ, ਤੇਰੇ ਕੋਲ ਅਸੀਂ ਕਦੇ ਵੀ ਫਿਕਰ ਦੀ ਕੋਈ ਗੱਲਬਾਤ ਨਹੀਂ ਕਰਾਂਗੇ, ਨਾ ਤੈਨੂੰ ਫਿਕਰ ਤੇਰੇ ਤੱਕ ਆਵੇਗਾ ਹੀ ਨਹੀਂ ਘਰ ਦਾ, ਅਸੀਂ ਆਪੇ ਸਾਰਾ ਕੁਝ ਸੰਭਾਲ ਲਿਆ ਕਰਾਂਗੇ, ਪਰ ਤੁਸੀਂ ਘਰੋਂ ਨਾ ਜਾਓ ਜੀ। ਉਸ ਕੋ ਪਾਵ ਉਰ ਐਸਾ ਸੋ ਖਾਵ ਵੈਸੇ ਹਰ ਗੁਣ ਗਾਵੋ ਤੁਮ ਕੋ ਨਾ ਹਟਾਵਈ। ਜਿਹਾ ਜਿਹਾ ਜੀ ਕਰਦਾ ਕੋਈ ਕੱਪੜਾ ਲੀੜਾ ਪਾਉਣਾ ਪਾਓ, ਪੁਸ਼ਾਕੇ ਤੁਹਾਡੇ, ਜੋ ਮਨ 'ਚ ਇੱਛਾ ਖਾਓ, ਬਹਿ ਕੇ ਹਰੀ ਦੇ ਗੁਣ ਗਾਓ, ਤੁਹਾਨੂੰ ਕੋਈ ਨਹੀਂ ਹਟਾਏਗਾ। ਤੁਸੀਂ ਬੇਫਿਕਰੀ ਨਾਲ ਪਰਮਾਤਮਾ ਦੇ ਗੁਣ ਗਾਉਣਾ ਕਰੋ। ਕਾਲੂ ਢਿਗ ਆਇਓ ਬੈਠ ਬਚਨ ਅਲਾਇਓ ਮੋਦੀ ਕ੍ਰਿਤ ਕੋ ਹਟਾਇਓ ਭਲੀ ਬਾਤ ਨਾ ਵਿਚਾਰੀਆ। ਉਸ ਬਾਬਾ ਕਲਿਆਣ ਚੰਦ ਜੀ ਉਸ ਵਕਤ ਫੇਰ ਲਾਗੇ ਆ ਕੇ ਬਹਿ ਗਏ, ਕਹਿਣ ਲੱਗੇ ਉਹ ਮੋਦੀ ਦੇ ਕੰਮ ਨੂੰ ਕਿਉਂ ਛੱਡ ਦਿੱਤਾ ਤੁਸੀਂ? ਉੱਥੇ ਇੰਨਾ ਪੈਸਾ ਬਣਦਾ ਸੀ, ਸਭ ਕੁਝ ਸੀ, ਖਾਣ ਪੀਣ ਨੂੰ ਸੀ, ਕੱਪੜਾ ਸੀ, ਕੋਈ ਚੰਗੀ ਗੱਲ ਨਹੀਂ ਵਿਚਾਰੀ ਤੁਸੀਂ ਵੀ ਮੇਰੇ ਬੱਚੇ ਨੇ, ਵਿਆਹ ਸ਼ਾਦੀ ਹੋਈ ਆ, ਪੈਸੇ ਉੱਥੇ ਚੰਗੇ ਬਣਦੇ ਸੀ, ਤੁਸੀਂ ਉਹ ਕਿਉਂ ਨਹੀਂ ਕਮਾਏ? ਆਵਤ ਅਪਾਰ ਵਿਤ ਖਾਤ ਖਰ ਸੰਤ ਨੇ ਤਾਂ ਕਿਠੋ ਹੋ ਨਾ ਕੀਨੋ ਸਭ ਬਾਦ ਕਰਿਓ ਖੁਆਰੀਆ। ਪਰ ਉਹ ਬਾਬਾ ਜੀ ਦੇ ਮਨ ਚੋਂ ਗੱਲ ਜਾਂਦੀ ਨਹੀਂ, ਜਿੰਨਾ ਕੋਈ ਮਰਜ਼ੀ ਸਮਝਾ ਲੇ, ਉਹਨਾਂ ਦੀ ਸੂਈ ਉੱਥੇ ਹੀ ਟਿਕੀ ਰਹਿੰਦੀ ਹੈ। ਕਹਿੰਦੇ ਦੇਖ ਪੁੱਤਰ, ਆਉਂਦਾ ਸੀ ਬਹੁਤ ਪੈਸਾ, ਖਾਂਦੇ ਸੀ, ਖਰਚਦੇ ਸੀ ਰੋਜ਼, ਫਿਰ
ਇਕੱਠਾ ਤੂੰ ਕੋਈ ਵੀ ਨਹੀਂ ਕੀਤਾ, ਐਵੇਂ ਉੱਥੇ ਪੈਸਾ ਤੂੰ ਖਰਾਬ ਕਰ ਦਿੱਤਾ, ਇਹ ਮੈਨੂੰ ਦੁੱਖ ਹੈ। ਆਪਨ ਕੀ ਸੌਜ ਸਭ ਦੀਨੀ ਹੈ ਲੁਟਾਏ, ਤੁਮ ਸੁਨ ਹਮ ਕਾਨ ਧਨ ਸਿੱਖ ਬਹੁ ਥਾਰੀਆ। ਤੁਸੀਂ ਕੀ ਕੀਤਾ, ਜਿਹੜਾ ਸੀ ਆਪਨ ਤੋਂ ਭਾਵ ਹੱਟੀ ਦਾ ਜਿਹੜਾ ਸਮਾਨ ਸੀ ਉਹ ਸਾਰਾ ਹੀ ਲੁਟਾਤਾ ਉੱਥੇ। ਤੁਸੀਂ ਕੋਈ ਸਾਡੀ ਗੱਲ ਸੁਣੀ ਕੰਨ 'ਚ? ਫਿਰ ਜਿੰਨਾ ਸੀਗਾ ਉੱਥੇ ਬਾਕੀ ਪੈਸਾ ਬਚਦਾ, ਚੱਲ 760 ਰੁਪਏ ਆਏ, 760 ਰੁਪਏ ਥੋੜੇ ਹੁੰਦੇ, ਘਰ ਰੱਖ ਲੈਂਦੇ, ਉਹ ਫੇਰ ਚੁੱਕ ਕੇ ਤੁਸੀਂ ਅੱਧੇ ਗਰੀਬਾਂ ਨੂੰ ਵੰਡਵਾ ਦਿੱਤੇ ਨੇ, ਸਾਰੇ ਰੱਖੇ ਘਰੇ ਚੰਗੇ ਹੁੰਦੇ ਸੀ। ਇਹ ਤੁਸੀਂ ਬਹੁਤ ਪੁੱਠੇ ਕੰਮ ਕਰਦੇ ਹੋ। ਸੋ ਪੀਨਹਿ ਲਹਿਓ ਸਭ ਰੰਕਨ ਕੋ ਦਇਓ, ਕਹੈ ਸਾਧ ਭੇਖ ਭਈਓ, ਕੀਨੋ ਕੋ ਜਸ ਹਮਾਰੀਆ। ਉਹ ਤੁਸੀਂ ਉਹ ਪੈਸੇ ਵੀ ਨਹੀਂ ਲਏ, ਗਰੀਬਾਂ ਨੂੰ ਵੀ ਵੰਡ ਦਿੱਤੇ, ਸਾਧਾਂ ਵਾਲਾ ਵੇਖ ਬਣਾ ਲਿਆ, ਮੇਰਾ ਤਾਂ ਦੁਨੀਆ 'ਚ ਕੁਜਸ ਕਰਾਤਾ, ਬਦਨਾਮੀ ਕਰਾਤੀ, ਮੇਰੇ ਆਪ ਜਸ ਮੇਰੇ। ਆ ਜਿਹੜੇ ਸਾਡੇ ਬੇਦੀਆਂ ਦੀ ਕੋਲ ਦੇ ਪਤਾ ਕਿੰਨਾ ਥੂ ਥੂ ਕਰਦੇ ਵੀ ਕੀ ਨਿਆਣਾ ਨਿਕਲਿਆ ਇਹਨਾਂ ਦਾ, ਕੀ ਇਹਦਾ ਲੜਕਾ ਦੇਖੋ ਕੈਸਾ ਪੁੱਤਰ ਇਹ ਕਾਲੂ ਦਾ, ਚੱਜ ਦਾ ਕੋਈ ਕੰਮ ਨਹੀਂ ਕਰਦਾ, ਵਾਸਤਾ ਨਹੀਂ। ਇਹ ਪਿੱਛੋਂ ਯੁੱਗਾਂ ਤੋਂ ਲੈ ਕੇ ਲੋਕਾਂ ਦੀ ਦੱਸੀ ਹੈ ਵੀ ਇਹੀ ਥਿਊਰੀ ਸੀ, ਪੈਸਾ ਇਕੱਠਾ ਕਰ ਲਓ ਬਸ, ਹੋਰ ਕੋਈ ਕੰਮ ਨਹੀਂ, ਕਾਰ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਆ ਕੇ ਆਪਾਂ ਨੂੰ ਖਿੱਚ ਖਿੱਚ ਕੇ ਕੱਢਿਆ ਮਸਾਂ। ਉਹ ਨਿਕਲਿਆ ਉਹ ਬਾਹਰ, ਉਹ ਨਿਕਲਿਆ ਉਹ ਜੰਗਲਾਂ ਤੱਕ ਤਾਂ ਆਪਾਂ ਰਹਿੰਦੇ ਰਹੇ ਆ। ਉਦੋਂ ਜਰਾ ਖਾਲਸਾ ਵਧੀਆ ਸੀ, ਜੰਗਲਾਂ 'ਚ ਘੋੜਿਆਂ ਦੇ ਕਾਠੀਆਂ ਤੇ ਜੋ ਮਿਲ ਗਿਆ ਛਕ ਲਿਆ, ਬਾਣੀ ਪੜ੍ਹਦੇ ਸਾਰਾ ਸਾਰਾ ਦਿਨ। ਹੁਣ ਕਹਿੰਦੇ ਔਖੇ ਲੱਗਦੇ ਜਾਪ ਸਾਹਿਬ ਦੇ ਪਾਠ, ਉਦੋਂ ਸਿੰਘ ਜੰਗਲਾਂ 'ਚ 101 ਜਪਜੀ ਸਾਹਿਬ, ਜਾਪ ਸਾਹਿਬ ਵੀ ਕਰੀ ਜਾਂਦੇ, 5 ਗ੍ਰੰਥੀ ਕਰੀ ਜਾਣੀ, ਅਖੰਡ ਪਾਠ ਸਾਹਿਬ ਕਰੀ ਜਾਣੇ। ਫਿਰ ਹੌਲੀ ਹੌਲੀ ਮਾਇਆ ਰਾਣੀ ਆ ਗਈ ਸਿੰਘਾਂ ਦੇ ਘਰੇ, ਬਸ ਗਏ ਸਿੰਘ, ਕਿੱਧਰ ਗਏ, ਬੇਮੁਖ ਹੋ ਗਏ। ਗੁਰਦੁਆਰੇ ਤਾਂ ਖਾਲੀ ਪਏ ਆ, ਸਿੰਘਾਂ ਕੋਲ ਤਾਂ ਮਾਇਆ ਆ ਗਈ, ਇਹਨਾਂ ਕੋਲ ਕਿੰਨੇ ਕਿੰਨੇ ਘਰ ਨੇ। ਬਾਬਾ ਹੁਣ ਤਾਂ ਇੱਥੋਂ ਕੀ ਲੈਣਾ ਅਸੀਂ? ਮਹਾਰਾਜ ਨੂੰ ਕਹਿੰਦੇ, ਬਾਬਾ ਕਹਿੰਦਾ ਕੋਈ ਨਹੀਂ, ਜਦ ਮੈਂ ਮੋੜ ਲਿਆ ਸਾਰਾ ਕੁਝ, ਫਿਰ ਉਥੇ ਜ਼ੀਰੋ ਆਂਡੇ ਤੇ ਲੈ ਕੇ ਆਉਂ ਤੁਹਾਨੂੰ ਵੀ, ਮੈਂ ਲਿਆਊਗਾ ਉੱਥੇ ਹੀ ਮੁੜ ਕੇ। ਫਿਰ ਜਦ ਰੋਟੀ ਵੀ ਨਾ ਮਿਲੂਗੀ, ਫਿਰ ਕਹਿਣਗੇ ਹੁਣ ਕਿੰਨੇ ਪਾਠ ਕਰੀਏ? ਇਹ ਉਨੇ ਹੀ ਕਰਨੇ ਜਿੰਨੇ ਕਹੇ ਆ। ਤਰਕਾਂ ਕਰਦੇ ਆ, ਮਹਾਰਾਜ ਨੂੰ ਪੁੱਠਾ ਬੋਲਦੇ ਆ, ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਂਦੇ ਆ। ਇਹ ਰੋਟੀ ਢਿੱਡ 'ਚ ਪੈਂਦੀ ਆ ਤਾਂ ਸਿੱਧੀਆਂ ਜੀਆਂ ਪੁੱਠੀਆਂ ਗੱਲਾਂ ਔੜਦੀਆਂ। ਜਿੱਦਾਂ ਰੋਟੀ ਨਾ ਢਿੱਡ 'ਚ ਗਈ, ਦਿਨ ਆਉਣ ਵਾਲੇ ਹੀ ਆ ਫਿਰ ਉਹ ਜੇ। ਰੋਟੀ ਨਹੀਂ ਜਾਣੀ ਢਿੱਡ 'ਚ, ਮਿਲਣੀ ਨਹੀਂ, ਜਾਣੀ ਕਿੱਥੋਂ ਆ? ਮਹਾਰਾਜ ਨੇ ਬਹੁਤ ਰੋਕ ਕੇ ਰੱਖੇ, ਸਾਧੂ ਸੰਤਾਂ ਨੇ ਜ਼ੋਰ ਲਾ ਨਾ ਮਹਾਰਾਜ ਹਲੇ ਨਹੀਂ, ਹਲੇ ਨਹੀਂ। ਇਹ ਤੁਹਾਨੂੰ ਕੀ ਪਤਾ ਸੰਤ ਮਹਾਤਮਾ ਤੁਹਾਡੇ ਲਈ ਕਿੰਨਾ ਜ਼ੋਰ ਲਾ ਰਹੇ। 5 ਸਿੰਘ ਲੈ ਕੇ ਰੋਜ਼ ਅਰਦਾਸਾਂ ਕਰਦੇ, ਮਹਾਰਾਜ ਨਾ ਜੀ, ਇਹ ਦੁਨੀਆ ਤੇ ਤਰਸ ਕਰ ਲਓ ਜੀ। 5 ਸਿੰਘਾਂ ਦੀ ਬੇਨਤੀ ਪ੍ਰਵਾਨ ਹੋਈ ਜਾਂਦੀ ਆ, ਹੋਈ ਜਾਂਦੀ। ਕਿੰਨੀ ਕੁ ਦੇਰ ਤੱਕ ਰੋਕ ਕੇ ਰੱਖਾਂ? ਗੁਨਾਹ ਕਰੀ ਜਾਂਦੇ ਰੋਜ਼, ਇੰਨਾ ਗੁਨਾਹ ਨਹੀਂ ਚੱਲਦੇ। ਉਹ ਕਹਿੰਦੇ ਮੈਂ ਸਾਰਾ ਕੁਛ ਆਪ ਕਰਵਾਇਆ, ਇੰਨੀ ਕੁਰਬਾਨੀ, ਇੰਨਾ ਕੁਛ ਅਕਾਲ ਪੁਰਖ ਨੇ ਕੀਤਾ, ਇਹਨਾਂ ਨੇ ਜਰਾ ਮਾਸਾ ਵੀ ਨਹੀਂ ਜਾਣਿਆ ਕੁਛ। ਫਿਰ ਸਤਿਗੁਰੂ ਕਹਿੰਦੇ ਨੇ ਅੱਬਲ ਤੇ ਵੱਡਾ ਬੰਦਾ ਕਦੇ ਗਰਮ ਹੁੰਦਾ ਹੀ ਨਹੀਂ, ਜੇ ਗਰਮ ਹੋ ਜਾਏ ਫਿਰ ਠੰਡਾ ਨਹੀਂ ਹੁੰਦਾ ਛੇਤੀ। ਜਦ ਨਰਸਿੰਘ ਰੂਪ ਧਾਰ ਕੇ ਪਾੜਤਾ ਸੀ ਹਿਰਨਾਕਸ਼ ਨੂੰ, ਫਿਰ ਠੰਡਾ ਹੀ ਨਾ ਹੋਵੇ ਕੰਮ। ਧਰਤੀ ਸਾਰੀ ਤੇ ਭੁਚਾਲ ਆ ਗਿਆ ਸੀ ਉਦੋਂ। ਫਿਰ ਲక్ష్ਮੀ ਬੇਨਤੀ ਕਰੇ, ਦੇਵਤੇ ਕਰਨ, ਜਾ ਕਿੱਥੇ ਨੇੜੇ ਲੱਗਣ ਦੇਣ। ਨਰਸਿੰਘ ਦਾ ਬਹੁਤ ਜ਼ਬਰਦਸਤ ਰੂਪ ਹੈ। ਕਹਿਣ ਲੱਗੇ ਪ੍ਰਹਿਲਾਦ ਤੇਰੇ ਕਰਕੇ ਰੂਪ ਧਾਰਿਆ, ਤੂੰ ਹੀ ਜਾ, ਹੁਣ ਸਾਡੀ ਨਹੀਂ ਬਾਹ ਚੱਲਣੀ। ਪ੍ਰਹਿਲਾਦ ਜੀ ਸਾਹਮਣੇ ਖੜੇ ਹੋ ਗਏ, ਮਹਾਰਾਜ ਸ਼ਾਂਤ ਰੂਪ ਧਾਰ ਲਓ ਹੁਣ। ਉਹ ਤਾਂ ਮਰ ਗਿਆ, ਉਹਨੂੰ ਦੇਖ ਕੇ ਹੱਸ ਪਏ, ਤੂੰ ਮੇਰਾ ਭਗਤ ਹੈ, ਖੁਸ਼ ਹੋ ਗਿਆ। ਮਰ ਗਿਆ ਪਾਪੀ? ਕਹਿੰਦੇ ਹਾਂ ਜੀ। ਉਸੇ ਵਕਤ ਆਪਣਾ ਅਸਲੀ ਰੂਪ ਧਾਰ ਲਿਆ। ਫਿਰ ਲੈ ਪਈ ਹੁਣ ਸ਼ਾਂਤੀ ਕਰ ਲੈਂਦੇ ਆ। ਇਹ ਗਰਮ ਕਰੀ ਜਾਂਦੇ ਰੱਬ ਨੂੰ। ਜਦੋਂ ਰੱਬ ਗਰਮ ਹੋ ਜਾਂਦਾ ਕੰਮ ਖਰਾਬ ਬਹੁਤ ਹੋ ਜਾਂਦਾ ਉਦੋਂ। ਇਸ ਕਰਕੇ ਆਪਾਂ ਬਾਰ-ਬਾਰ ਦੇਖੋ ਕਹੀ ਜਾਂਦੇ ਆ, ਔਰ ਕਿਸੇ ਵਕਤ ਤੁਸੀਂ ਕਹੋਗੇ ਹਾਂ ਸਾਨੂੰ ਇਹ ਦੱਸਿਆ ਸੀ, ਬਾਅਦ 'ਚ ਕੀ ਫਾਇਦਾ? ਦੱਸਿਆ ਤਾਂ ਸੀ, ਇਹ ਦੱਸ ਰਿਹਾ ਬਾਰ-ਬਾਰ ਵੀ ਕੰਮ ਖਰਾਬ ਹੋ ਜਾਣਾ। ਇੱਦਾਂ ਨਾ ਕਰੋ, ਸ਼ਰਾਰਤਾਂ ਬਾਣੀ ਨਾਲ ਨਾ ਕਰੋ, ਰਹਿਤ ਨਾਲ, ਮਰਿਆਦਾ ਨਾਲ। ਇਹ ਸ਼ਰਾਰਤਾਂ ਜਿਹੀਆਂ ਕਰੀ ਜਾਂਦੇ, ਹਟਦੇ ਤਾਂ ਹੈ ਨਹੀਂ। ਹੁਣ ਆਪਾਂ ਕੀ ਕਹੀਏ? ਹੁਣ ਇੰਨਾ ਜ਼ਰੂਰ ਕਹਿ ਦੇਈਦਾ ਵੀ ਇਹਦਾ ਫਾਇਦਾ ਨਹੀਂ ਹੋਣਾ ਕੋਈ ਸ਼ਰਾਰਤਾਂ ਦਾ। ਜਿੰਨੀਆਂ ਸ਼ਰਾਰਤਾਂ ਹੋ ਰਹੀਆਂ ਸਾਰੀਆਂ ਦਾ ਭਾਰੀ ਨੁਕਸਾਨ ਫਿਰ ਸਹਿਣਾ ਪੈ ਸਕਦਾ। ਪਰਮਾਤਮਾ ਨੇ ਲਿਹਾਜ਼ ਨਹੀਂ ਕਰਨਾ। ਜਬ ਕੋ ਜਨਮ ਭਇਓ ਤਬ ਕੋ ਨਾ ਸੁਖ ਦਇਓ, ਪੂਰ ਸਮਝਾਇਓ ਏਕ ਬਾਤ ਨਹਿ ਮਾਨੀਆ। ਜਦੋਂ ਦਾ ਜਨਮ ਹੋਇਆ ਕੋਈ ਸੁੱਖ ਨਹੀਂ ਦਿੱਤਾ ਤੁਸੀਂ ਸਾਨੂੰ, ਔਰ ਤੁਸੀਂ ਬਸ ਕੀ ਕੀਤਾ?
ਕੋਈ ਗੱਲ ਹੀ ਨਹੀਂ ਮੰਨੀ। ਜਿਹੜੀ ਕਹਿੰਦੇ ਉਹ ਗੱਲ ਤੁਸੀਂ ਮੰਨਦੇ ਨਹੀਂ ਹੋ। ਆਖਾਂਗੇ ਸਰੀਕ ਸੁਤ ਕਲ ਕੋ ਫਕੀਰ ਭਇਓ ਜਾਤ ਕੀ ਨਾ ਗੋਤ ਲਾਜ ਹਿਰਦੈ ਇੱਕ ਜਾਨੀਆ। ਆ ਸ਼ਰੀਕ ਮੇਰਿਆਂ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ, ਕੀ ਕਹਿਣਗੇ ਕਾਲੂ ਦਾ ਪੁੱਤਰ ਫਕੀਰ ਹੋ ਗਿਆ, ਇਹਨੇ ਕੋਈ ਜਾਤ ਦੀ ਨਹੀਂ ਗੋਤ ਦੀ ਲਾਜ ਨਹੀਂ ਰੱਖੀ, ਇਹ ਬੇਦੀਆਂ ਦੀ ਕੁਲ ਨੂੰ ਲਾਜ ਲਾ ਦਿੱਤੀ ਇਹਨੇ, ਕਿਉਂ ਮੈਨੂੰ ਲੋਕ ਕਹਿਣਗੇ। ਅਜੋ ਤਨ ਵੇਖ ਪਤ ਹਤੋ ਨਾ ਬਸੇਖ ਮੇਰੀ ਦੋਨੋਂ ਸੁਖ ਰਹਿਓ ਸਦਾ ਭਇਓ ਦੁਖ ਦਾਨੀਆ। ਆ ਸਰੀਰ ਤੇ ਕੀ ਪਾਏ ਕੱਪੜੇ ਸਾਧੂਆਂ ਵਾਲੇ, ਲਾਹੋ ਪਰੇ ਇਹਨਾਂ ਨੂੰ, ਇਹਦੇ ਨਾਲ ਕਿਤੇ ਬੰਦੇ ਦੀ ਇੱਜ਼ਤ ਹੁੰਦੀ, ਕੱਪੜੇ ਸਾਧੂਆਂ ਵਾਲੇ ਪਾ ਲਏ ਤੁਸੀਂ, ਕਿੱਡੀ ਇਹ ਬਦਨਾਮੀ ਹੁੰਦੀ ਦੁਨੀਆ ਦੇ ਅੰਦਰ ਮੇਰੀ। ਤੋ ਤੁਸੀਂ ਇਹ ਕੱਪੜੇ ਜਿਹੜੇ ਨੇ ਉਤਾਰ ਕੇ ਜਿਹੜਾ ਅੱਛੇ ਕੱਪੜੇ ਪਾਓ, ਮੇਰੀ ਇੱਜ਼ਤ ਬਣਾਓ, ਔਰ ਮੈਨੂੰ ਸੁੱਖ ਤਾਂ ਕਿੱਥੇ ਦੇਣਾ ਸੀ, ਹਮੇਸ਼ਾ ਦੁੱਖ ਦਿੰਦੇ ਰਹਿੰਦੇ ਹੋ ਤੁਸੀਂ। ਰਹੋ ਨਿਜ ਧਾਮ ਨਹਿ ਕਹਿ ਕਰੋ ਕਾਜ ਕੁਛ ਕੌਣ ਭੀਰ ਭਰੀ ਤੇ ਫਕੀਰ ਰੀਤ ਠਾਨੀਆਂ। ਆਪਣੇ ਘਰ ਰਹੋ, ਕੰਮ ਨਾ ਕਰੋ। ਚਲੋ ਤੁਹਾਨੂੰ ਕਿਹੜੀ ਮੁਸੀਬਤ ਪਈ ਜਿਹੜੇ ਇਹੋ ਜਿਹੇ ਕੱਪੜੇ ਪਾਏ ਨੇ ਤੁਸੀਂ, ਬੜੀ ਮਾੜੀ ਗੱਲ ਹੈ। ਇਹ ਕੱਪੜੇ ਪਾਈਦੇ ਹੁੰਦੇ ਕਿਤੇ, ਚੰਗੇ ਭਲੇ ਬੇਦੀਆਂ ਦੇ ਬੇਟੇ ਹੋ ਕੇ ਇਹੋ ਜਿਹੇ ਕੱਪੜੇ ਪਾ ਲਏ ਤੁਸੀਂ। ਉਦੋਂ ਲੋਕਾਂ ਦੇ ਵਿੱਚ ਇਹ ਚੀਜ਼ ਬੜੀ ਹੁੰਦੀ ਸੀ ਕਿ ਜੇ ਕਿਸੇ ਦਾ ਸਾਧ ਹੋ ਜਾਣਾ, ਕੁਝ ਹੋ ਜਾਣਾ, ਬਹੁਤ ਫਿਰ ਔਖਾ ਲੱਗਣਾ ਲੋਕਾਂ ਨੂੰ, ਲੈ ਵੀ ਫਲਾਣੇ ਦਾ ਲੜਕਾ ਸਾਧ ਹੋ ਗਿਆ। ਲੋਕਾਂ ਨੇ ਕਹਿਣਾ ਪਤਾ ਨਹੀਂ ਘਰ ਦੇ ਕਿੰਨੇ ਕੁ ਦੁਖੀ ਕਰਦੇ ਹੋਣੇ। ਲੋਕਾਂ ਨੂੰ ਇਹ ਸੀ ਵੀ ਦੁਖੀ ਹੋ ਕੇ ਬੰਦਾ ਸਾਧੂ ਬਣਦਾ ਨਹੀਂ, ਸ਼ੌਂਕ ਵੀ ਹੁੰਦਾ ਭਗਤੀ ਦਾ, ਫਕੀਰੀ ਦਾ ਜਾਂ ਸੇਵਾ ਦਾ, ਅਲੱਗ-ਅਲੱਗ ਡਿਊਟੀਆਂ ਲੱਗਦੀਆਂ ਪਰਮਾਤਮਾ ਵੱਲੋਂ। ਤੇ ਇਸ ਤਰ੍ਹਾਂ ਪਹਿਲਾਂ ਵੀ ਆਪ ਨੂੰ ਇੱਕ ਵਾਰ ਦੱਸਿਆ ਸੀ ਵੀ ਲੋਕ ਇਉਂ ਕਹਿੰਦੇ, ਜਿਵੇਂ ਵਾਹਿਗੁਰੂ ਕੋਈ ਕਹੇ, ਲੋਕੀ ਕਹਿੰਦੇ ਦੁੱਖ ਕੋਈ ਹੋਣਾ ਵਿਚਾਰੇ ਨੂੰ, ਵਾਹਿਗੁਰੂ ਕਹਿੰਦਾ ਹੈ। ਤਾਂ ਜਿਵੇਂ ਮੈਂ ਹੀ ਤੁਹਾਨੂੰ ਆਪਣੀ ਗੱਲ ਦੱਸੀ, ਕਿਸੇ ਥਾਂ ਗਏ ਤਾਂ ਪਿੰਡ ਦੇ ਵਿੱਚ ਜਾਂ ਬੈਠਣ ਲੱਗਿਆ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ, ਤਾਂ ਉਹ ਪਿੰਡ ਮਾਈ ਕਹਿੰਦੀ ਭਾਈ ਕੋਈ ਦੁਖਦਾ? ਮੈਂ ਕਿਹਾ ਨਹੀਂ। ਕਹਿੰਦਾ ਵਾਹਿਗੁਰੂ ਕਿਹਾ ਬਹਿਣ ਲੱਗਿਆ, ਖਾਨੀ ਗੋਡੇ ਗੋਡੇ ਦੁਖਦੇ ਹੋਣ ਤੇਰੇ। ਮੈਂ ਨਹੀਂ ਮਾਤਾ, ਸਿੰਘ ਤਾਂ ਬਹਿੰਦੇ ਉੱਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੁੰਦੇ ਆ। ਕਹਿੰਦੇ ਸਾਡੇ ਤਾਂ ਭਾਈ ਜੇ ਕੋਈ ਦੁਖੇ ਤਾਈਓ ਵਾਹਿਗੁਰੂ ਕਹਿੰਦੇ। ਇਹ ਦੁਨੀਆ ਹੀ ਜਿਹੀ ਹੋਈ ਹੈ, ਜੇ ਕੋਈ ਕੱਪੜੇ ਪਾ ਲੈ, ਅੰਮ੍ਰਿਤਧਾਰੀ ਬਣ ਜੇ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ, ਲੈ ਹੁਣ ਆ ਪਾ ਲਈ ਕਿਰਪਾਨ, ਮਾਲਾ ਫੜ ਲਈ, ਇਹ ਬਿਮਾਰੀ ਪਈ ਹੋਈ ਸਾਰਿਆਂ ਨੂੰ, ਉਹੀ ਬਦਨਾਮੀ ਕਰੀ ਜਾਣਗੇ। ਜਾਣਦੇ ਨਹੀਂ ਕਿ ਵੱਡੀ ਦਾਤ ਹੈ, ਭਾਗਾਂ ਨਾਲ ਮਿਲਦੀ ਹੈ, ਉਹਨੂੰ ਮਖੌਲ ਕਰਦੇ ਹਨ। ਜਨ ਕੀ ਬਾਤੇ ਸੁਨ ਤੁਸਨ ਹੀ ਰਹੇ, ਗੁਰ ਬਾਕ ਨਾ ਬਖਾਨਿਓ ਸੋ ਕਲਿਆਣ ਕੋ ਜੋ ਦਾਨੀਆਂ। ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਨੇ ਪਿਤਾ ਜੀ ਦੇ ਬਚਨ ਸੁਣੇ, ਚੁੱਪ ਹੀ ਰਹੇ, ਬੋਲਣਾ ਨਹੀਂ ਅੱਗੇ, ਨਾ ਕੋਈ ਵਾਕ ਕਿਹਾ, ਬਸ ਚੁੱਪ ਬੈਠੇ ਹਨ। ਕਮਲ ਬਦਨ ਤਿੰਨ ਕਾਸੀ ਨਾ ਅਲਨ ਗੇਰਾ, ਧਾਤ ਕੀ ਜਠਾਈ ਨੇ ਸਮਾਹੀ ਪਰ ਮਾਨੀਆਂ। ਕਿਉਂਕਿ ਪਿਤਾ ਜੀ ਵੱਡੇ ਨੇ, ਨਹੀਂ ਬੋਲਣਾ ਉਹਨਾਂ ਦੇ ਅੱਗੇ। ਕਮਲ ਬਦਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਦੇ ਅੰਦਰੋਂ ਕੋਈ ਵੀ ਜਿਹੜੇ ਨਾ ਕੌਲ ਵਰਗੇ ਮੁੱਖੋਂ ਭੌਰੇ ਰੂਪੀ ਕੋਈ ਬਾਣੀ ਜਿਹੜੀ ਆ ਉਹ ਪਿਤਾ ਜੀ ਨੂੰ ਨਹੀਂ ਕਹੀ ਹੈ। ਮਨ ਸਮਾਇ ਹੰਸਨੀ ਸੀ ਤਾਹਾਂ ਹੀ ਵਿਰਾਜ ਰਹੀ, ਹੋਤੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀਆਂ। ਹੁਣ ਜਿਹੜੀ ਐਸੀ ਆ ਨਾ ਗੱਲ ਕਿ ਮਾਨਸ ਹੁੰਦਾ, ਇੱਥੇ ਜੋ ਦੱਸਿਆ ਕਿ ਮਾਨ ਸਰੋਵਰ ਮੈਂ ਹੰਸਨੀ ਸੀ, ਭਾਵ ਹੰਸਨੀ ਰੂਪੀ ਬਾਣੀ ਆ ਮਾਨ ਸਰੋਵਰ ਦੇ ਵਿੱਚ, ਜਿਵੇਂ ਤਾਹਾਂ ਹੀ ਵਿਰਾਜ ਰਹੀ। ਉਹ ਜਿਵੇਂ ਹੰਸਨੀ ਜਿਹੜੀ ਆ ਮਾਨ ਸਰੋਵਰ 'ਚ ਹੀ ਵਿਰਾਜਦੀ ਆ, ਬਾਹਰ ਨਹੀਂ ਨਿਕਲਦੀ। ਇਵੇਂ ਗੁਰੂ ਨਾਨਕ ਦੇਵ ਜੀ ਦੇ ਮੁੱਖ ਰੂਪ ਹੰਸ ਜਿਹੜੇ ਨੇ ਸਰੋਵਰ ਹੈ, ਮਾਨ ਸਰੋਵਰ ਮੁੱਖ ਵਿੱਚੋਂ ਉਹਨੇ ਹੰਸਨੀ ਰੂਪ ਬਾਣੀ ਮੁੱਖ ਵਿੱਚੋਂ ਕੱਢੀ ਨਹੀਂ ਬਾਹਰ, ਬੋਲੇ ਨਹੀਂ। ਹੋਤੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀਆਂ, ਜੋ ਬ੍ਰਹਮ ਗਿਆਨ ਦੇ ਆਨੰਦ ਵਿੱਚ ਸਮਾਈ ਹੋਈ ਹੈ। ਇਤ ਸੋ ਬੁਲਾਏ ਮਾਤਾ ਭੋਜਨ ਅਚਾਇਓ, ਪੁਨ ਪਾਨ ਮੈਂ ਕਰਾਇਓ, ਪਰ ਰੰਕ ਪੌੜੇ ਆਨੀਆਂ। ਮਾਤਾ ਨੇ ਬੜੇ ਸਤਿਕਾਰ ਨਾਲ ਬੁਲਾਇਆ, ਭੋਜਨ ਛਕਾਇਆ, ਪੁਨ ਪਾਨ ਪੈ ਕਰਾਇਓ, ਉਸ ਵਕਤ ਦੁੱਧ ਛਕਾਇਆ, ਪਰਿਅੰਕ ਪੌੜੇ ਆਨੀਆਂ। ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪਲੰਘ ਦੇ ਉੱਤੇ ਬਿਰਾਜਮਾਨ ਹੋ ਗਏ ਨੇ। ਇਹ ਸਤਿਗੁਰੂ ਦੱਸਦੇ ਨੇ ਵੀ ਘਰਾਂ ਦੇ ਵਿੱਚ ਕਿੰਨੀ ਮੁਸ਼ਕਲ ਆਉਂਦੀ ਭਗਤੀ ਕਰਨੀ। ਦੂਜਾ ਤੀਜਾ ਇੱਕ ਹੋਰ ਇਹ ਚੀਜ਼ ਦੇਖਣ ਨੂੰ ਆਪਾਂ ਨੂੰ ਉਲਟ ਲੱਗਦੀ ਵੀ ਇੰਨੀ ਸ਼ਕਤੀ ਹੁੰਦਿਆਂ ਹੋਇਆਂ ਇੰਨਾ, ਇਹ ਜਿਹੜੀ ਚੀਜ਼ ਮਹਾਰਾਜ ਨੇ ਦਿੱਤੀ ਆ ਨਾ, ਆਪਾਂ ਨੂੰ ਭਾਣਾ ਮੰਨਣਾ, ਅਜਰ ਅਵਸਥਾ ਨੂੰ ਜਰ ਕੇ ਰੱਖਣਾ। ਧੰਨ ਗੁਰੂ ਨਾਨਕ ਸਾਹਿਬ ਚਾਹੁੰਦੇ ਤਾਂ ਸਕਿੰਟਾਂ 'ਚ ਕੀ ਐ ਛਿੰਝ ਸਭ ਕੁਝ ਬਦਲ ਸਕਦੇ ਨੇ। ਇਹੀ ਸ਼ਕਤੀ ਆ ਜਿਹੜਾ ਇੰਨਾ ਕੁਝ ਹੁੰਦਿਆਂ ਹੋਇਆਂ ਵੀ
ਦੁਨਿਆਵੀ ਬਣੇ ਬੈਠੇ ਨੇ, ਜਰਾ ਮਾਸਾ ਤਾਕਤ ਨਹੀਂ ਦਿਖਾਉਂਦੇ। ਤੇ ਇਹੀ ਸ਼ਕਤੀ ਹੁੰਦੀ। ਉਹ ਸ਼ਕਤੀ ਨਹੀਂ ਹੁੰਦੀ ਕਿ ਮਾੜੇ ਜਿਹੇ 'ਚ ਹੀ ਪੁੱਠਾ ਕਰਤਾ ਅਗਲੇ ਨੂੰ, ਐ ਨਹੀਂ ਕਰਦੇ ਮਹਾਰਾਜ। ਤਾਈਓ ਤਾਂ ਇੰਨੀ ਸ਼ਾਂਤ ਸੁਭਾਅ ਹੈ ਸੱਚੇ ਪਾਤਸ਼ਾਹ ਦਾ। ਤਾਂ ਗੁਰਸਿੱਖਾਂ ਨੂੰ ਵੀ ਹੁਕਮ ਕੀਤਾ ਸ਼ਾਂਤ। ਮਹਾਰਾਜ ਤੁਸੀਂ ਕੁਝ ਕਰਦੇ ਨਹੀਂ, ਕਹਿੰਦੇ ਨਿਰੰਕਾਰ ਦਾ ਹੁਕਮ ਨਹੀਂ ਹੈ। ਜਦ ਨਿਰੰਕਾਰ ਦਾ ਹੁਕਮ ਹੋਵੇਗਾ ਉਦੋਂ ਹੀ ਸਾਰਾ ਕੁਝ ਕਰ ਦਿਆਂਗੇ। ਜਦ ਹੁਕਮ ਹੀ ਨਹੀਂ ਹੈ, ਪੰਜਵੇਂ ਪਾਤਸ਼ਾਹ ਕਹਿੰਦੇ ਹੁਕਮ ਹੀ ਨਹੀਂ, ਸ਼ਹੀਦੀ ਦਾ ਹੀ ਹੁਕਮ ਹੈ। ਜਦ ਛੇਵਿਆਂ ਨੂੰ ਹੁਕਮ ਖੰਡਾ ਖੜਕਾਉਣ ਦਾ ਹੋਇਆ, ਫਿਰ ਖੰਡਾ ਖੜਕਾਤਾ। ਸੱਤਵਿਆਂ ਨੂੰ ਸ਼ਾਂਤ ਚਿੱਤ ਰਿਹਾ, ਨੌਵਿਆਂ ਨੇ ਸ਼ਹੀਦੀ ਪਾਈ, 10ਵਿਆਂ ਨੂੰ ਹੁਕਮ ਹੋ ਗਿਆ ਉਡਾ ਦੋ ਸਾਰੇ ਦੁਸ਼ਟ ਦੋਖੀ। ਅਕਾਲ ਪੁਰਖ ਨੇ ਹੁਕਮ ਕਰ ਦਿੱਤਾ। 14 ਜੰਗਾਂ ਵਿੱਚ ਮਹਾਰਾਜ ਨੇ ਉਡਾ ਤੇ ਤੋਤੇ ਸਭ ਦੇ, ਸਾਰੇ ਦੁਸ਼ਟ ਦੋਖੀ ਮਾਰ ਮੁਕਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਐ ਨਹੀਂ ਹੁੰਦਾ ਕਿ ਤਾਕਤ ਆ ਤੇ ਖਰਚ ਲੈਣੀ ਤੋਂ ਨਹੀਂ। ਸਾਰੇ ਸਾਧੂ ਸੰਤ ਸਤਿਗੁਰੂ ਗੁਰਮੁਖ ਬ੍ਰਹਮ ਗਿਆਨੀ ਨਿਰੰਕਾਰ ਦੇ ਹੁਕਮ ਤੋਂ ਬਿਨਾ ਮਾੜਾ ਜਿਹਾ ਵੀ ਨਹੀਂ ਇੱਧਰ ਉੱਧਰ ਹੁੰਦੇ। ਹੁਕਮ ਲੈਂਦੇ ਨੇ, ਪਿੱਛੋਂ ਹੁਕਮ ਆਉਂਦਾ, ਹਾਂਜੀ ਹੁਣ ਕਰੋ ਕੰਮ। ਸਤ ਬਚਨ ਮਹਾਰਾਜ ਇਹ ਤਾਂ ਸਾਨੂੰ ਮਾਰ ਰਹੇ, ਕਹਿੰਦੇ ਨਹੀਂ ਸ਼ਾਂਤ ਰਹਿ ਕੇ ਸ਼ਹੀਦੀ ਪਾਓ। ਨਿਰੰਕਾਰ ਜੀ ਜੋ ਤੁਹਾਡਾ ਹੁਕਮ ਹੈ। ਰੱਬ ਦੇ ਪਿਆਰੇ ਨਿਰੰਕਾਰ ਦੇ ਹੁਕਮ ਤੋਂ ਬਾਹਰ ਨਹੀਂ ਜਾਂਦੇ। ਬਸ ਇਹੀ ਡਿਸਿਪਲਿਨ ਹੈ ਇਹਨਾਂ ਵਿੱਚ ਵੱਡਾ। ਆ ਸਾਰੇ ਜਿਹੜੇ ਆਪਾਂ ਨੂੰ ਛੱਡ ਕੇ, ਆਪਾਂ ਡਿਸਿਪਲਿਨ 'ਚ ਰਹਿੰਦੇ ਹੀ ਨਹੀਂ, ਮਨੁੱਖ ਨਹੀਂ ਰਹਿੰਦਾ। ਹਾਲੇ ਪੰਛੀ ਰਹਿ ਜਾਂਦੇ ਨੇ, ਪਸ਼ੂ ਰਹਿ ਜਾਂਦੇ ਨੇ, ਮਨੁੱਖ ਡਿਸਿਪਲਿਨ ਤੋਂ ਬਾਹਰ। ਹਾਲਾਂਕਿ ਦੇਵਤੇ ਬਹੁਤ ਡਿਸਿਪਲਿਨ 'ਚ ਰਹਿੰਦੇ ਨੇ, ਇਹ ਨਹੀਂ ਰਹਿੰਦੇ। ਸ਼ਹੀਦ ਸਿੰਘ ਬਹੁਤ ਮਰਿਆਦਾ 'ਚ, ਸਤਿਗੁਰੂ ਮਰਿਆਦਾ 'ਚ, ਬ੍ਰਹਮ ਗਿਆਨੀ ਮਰਿਆਦਾ 'ਚ, ਸਭ ਕੁਝ ਕਰਨ ਨੂੰ ਸਮਰੱਥ ਹੁੰਦਿਆਂ ਮਰਿਆਦਾ 'ਚ। ਪਰ ਇੱਕ ਮਨੁੱਖ ਹੀ ਹੈ ਜਿਹੜਾ ਟੇਢਾ ਚੱਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡਾ ਮਨ ਗੁਰਾਂ ਦੇ ਚਰਨਾਂ 'ਚ ਹਮੇਸ਼ਾ ਜੁੜਿਆ ਰਹੇ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਹਾਡੀ ਮਿਹਰ ਹੋ ਜੇ, ਅਸੀਂ ਤੁਹਾਡੇ ਆਗਿਆਕਾਰੀ ਬਣੇ ਰਹੀਏ। ਸਾਡੇ ਤੇ ਮਿਹਰ ਕਰੋ। ਅਸੀਂ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਮੂੰਹ 'ਚੋਂ ਕਦੇ ਕੋਈ ਮਾੜਾ ਅੱਖਰ ਨਾ ਨਿਕਲੇ ਤੁਹਾਡੇ ਲਈ। ਸਾਡੇ ਭਾਵੇਂ ਕੁਝ ਵੀ ਹੋ ਜੇ, ਸਾਡੇ ਤੇ ਰਹਿਮਤ ਰੱਖਿਓ ਜੀ। ਅਸੀਂ ਪੁੱਠਾ ਨਹੀਂ ਬੋਲਣਾ ਚਾਹੁੰਦੇ ਕੁਝ। ਇਹ ਦੁਨੀਆ ਵਾਲਿਆਂ ਨੂੰ ਸਮੱਤ ਦਿਓ ਇਹ ਪੁੱਠਾ ਨਾ ਹੀ ਬੋਲਣ। ਆਪ ਜੀ ਸਾਡੇ ਤੇ ਮਿਹਰ ਕਰੋ। ਅਸੀਂ ਹਮੇਸ਼ਾ ਸਾਡਾ ਮਨ ਤੁਹਾਡੇ ਚਰਨਾਂ ਜੁੜਿਆ ਰਹੇ ਔਰ ਸਿਮਰਨ ਕਰਦੇ ਰਹੀਏ ਜੀ। ਇਉਂ ਮਹਾਰਾਜ ਤੋਂ ਬੇਨਤੀ ਕਰਕੇ ਪ੍ਰਾਪਤੀ ਕਰੀਏ ਜੀ।